ਦਸਾਂਝ ਸਾਹਿਬ ਸਾਂਝਾ ਪੰਜਾਬ ਤੇ ਜੋ 14 ਸਾਲਾਂ ਤੋਂ ਤੁਸੀਂ ਮੇਰਾ ਸਾਥ ਦੇ ਰਹੇ ਹੋ, ਤੁਹਾਨੂੰ ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। बहुत शुक्रिया जी बॉबसान जी ते साझा पंजाब रेडियो ते टेलीविजन के सारे श्रोतिਆਂ ਤੇ ਦਰਸ਼ਕਾਂ ਨੂੰ ਵੀ ਸੁਸ਼ੀਲ ਦੋਸਾਂਝ ਦਾ ਸਿੰਘੂ ਕੁੰਡਲੀ ਬਾਰਡਰ ਤੋਂ ਬਹੁਤ ਬਹੁਤ ਪਿਆਰ ਭਰਿਆ ਸਲਾਮ, ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਸੋ ਗੱਲਬਾਤ ਕਰਾਂਗੇ ਜ਼ਰੂਰ। ਬਹੁਤ ਸਾਰੀਆਂ ਖਬਰਾਂ ਜਿਹੜੀਆਂ ਲਗਾਤਾਰ ਤੁਹਾਡੇ ਕੋਲ ਪਹੁੰਚਦੀਆਂ, ਪਰ ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਇੰਟਰਨੈਟ ਦੀ ਪ੍ਰੋਬਲਮ ਹੈ, ਨੈਟ ਜਿਹੜਾ ਆ ਉਹ ਖਾਸ ਤੌਰ ਦੇ ਉੱਤੇ ਬਾਰਡਰਸ ਦੇ ਉੱਤੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਕੋਈ ਵਾਈਫਾਈ ਜ਼ੋਨ ਕਿਤੇ ਮਿਲ ਜਾਏ ਤਾਂ ਥੋੜਾ ਬਹੁਤ ਕੰਮ ਚੱਲ ਵੀ ਜਾਂਦਾ ਕਿਤੇ ਕਿਤੇ, ਪਰ ਨਹੀਂ, ਓਵਰਆਲ ਬੰਦ ਹੈ। ਤੇ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਵੀਡੀਓ ਦੇ ਰਾਹੀਂ ਜਾਂ ਉਹਦਾ ਪਹੁੰਚਣੀਆਂ ਚਾਹੀਦੀਆਂ, ਉਸ ਢੰਗ ਨਾਲ ਨਹੀਂ ਪਹੁੰਚ ਪਾ ਰਹੀਆਂ, ਪਰ ਅਸੀਂ ਲਫ਼ਜ਼ਾਂ ਰਾਹੀਂ ਤੁਹਾਨੂੰ ਕੁਝ ਦ੍ਰਿਸ਼ ਦਿਖਾ ਸਕਦੇ ਹਾਂ, ਸ਼ਬਦਾਂ ਰਾਹੀਂ ਤੁਹਾਨੂੰ ਕੋਈ ਸੀਨ ਕ੍ਰੀਏਟ ਕਰਕੇ ਦੱਸ ਸਕਦੇ ਹਾਂ ਕਿ ਇਸ ਵੇਲੇ ਕੀ ਹਾਲਾਤ ਨੇ। ਤੇ ਦੂਜੀ ਗੱਲ, ਅੱਜ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਆਪਣੇ ਪੀਕ ਤੇ ਫਿਰ ਤੋਂ ਪਹੁੰਚ ਗਿਆ ਹੈ। ਰਵਿੰਦਰ ਗਰੇਵਾਲ ਨੇ ਇੱਕ ਗਾਣਾ ਗਾਇਆ ਅੱਜ ਹੀ ਗਾਜ਼ੀਪੁਰ ਬਾਰਡਰ ਤੇ ਜਾ ਕੇ। ਬਹੁਤ ਅੱਛਾ ਸਾਡਾ ਗਾਇਕ ਹੈ। 2 ਦਿਨ ਪਹਿਲਾਂ ਅਸੀਂ ਇਕੱਠੇ ਸੀ, ਜਦੋਂ 26 ਜਨਵਰੀ ਦੀ ਪਰੇਡ ਤੋਂ ਬਾਅਦ ਵੀ ਅਸੀਂ 1-2 ਦਿਨ ਇਕੱਠੇ ਰਹੇ ਉੱਥੇ। ਉਹਨੇ ਇੱਕ ਗਾਣਾ ਗਾਇਆ ਕਿ ਇੱਕ ਵਾਰ ਫੇਰ ਤੋਂ, ਮੈਨੂੰ ਪੂਰੇ ਲਫ਼ਜ਼ ਤਾਂ ਯਾਦ ਨਹੀਂ, ਵੀ ਇੱਕ ਵਾਰ ਫੇਰ ਤੋਂ ਜਿਹੜਾ ਟਰੈਕ ਤੇ ਆ ਗਈ, ਗੱਡੀ ਟਰੈਕ ਤੇ ਆ ਗਈ ਹੈ ਤੇ ਜਿਹੜਾ ਮੋਰਚਾ ਆ ਉਹਦੇ ਚ ਨਵੀਂ ਜਾਨ ਜਿਹੜੀ ਹੈ ਸ਼ਿਕਾਇਤ ਨੇ ਫੂਕ ਦਿੱਤੀ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ। ਗਾਜ਼ੀਪੁਰ ਬਾਰਡਰ ਜਿਹੜਾ ਬਹੁਤ ਘੱਟ ਲੋਕ ਰਹਿ ਗਏ ਸੀ, ਉਹਦੀ ਗਿਣਤੀ ਹੁਣ ਲਗਭਗ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਦੇ ਲਗਭਗ ਬਰਾਬਰੀ ਹੋ ਗਈ ਹੈ। ਬੜੀ ਵੱਡੀ ਗੱਲ ਹੈ, ਇਹ ਛੋਟੀ ਗੱਲ ਨਹੀਂ ਹੈ। ਇਸੇ ਕਰਕੇ ਸਰਕਾਰ ਜਿਹੜੀ ਬੈਕਫੁੱਟ ਤੇ ਆਉਂਦੀ ਦਿਖਾਈ ਦੇ ਰਹੀ ਹੈ। ਦੁਬਾਰਾ ਤੋਂ 2 ਦਿਨ ਬੜਾ ਵੱਡਾ ਐਕਸ਼ਨ ਲੈਣ ਦੀਆਂ ਸੰਭਾਵਨਾਵਾਂ ਬਣੀਆਂ ਸੀ। ਸਿੰਘੂ ਬਾਰਡਰ ਦੇ ਉੱਤੇ ਵੀ ਜਿਸ ਤਰ੍ਹਾਂ ਦੀ ਹਿੰਸਾ ਕਰਵਾਈ ਗਈ, ਉਸ ਤੋਂ ਬਾਅਦ ਕੱਲ ਪਾਰਲੀਮੈਂਟ ਦਾ ਸੈਸ਼ਨ ਜਦੋਂ ਸ਼ੁਰੂ ਹੁੰਦਾ ਹੈ ਤੇ ਆਲ ਪਾਰਟੀ ਮੀਟਿੰਗ ਹੁੰਦੀ ਹੈ, ਜਿਹਦੇ ਚ ਪ੍ਰਧਾਨ ਮੰਤਰੀ ਇਸ ਤਰ੍ਹਾਂ ਦੇ ਸੰਕੇਤ ਦਿੰਦੇ ਆ ਅਸੀਂ ਗੱਲਬਾਤ ਕਰਨ ਨੂੰ ਤਿਆਰ ਹੈ। ਸੋ ਕਾਫੀ ਫਰਕ ਪੈ ਰਿਹਾ। ਕਰਾਂਗੇ ਇੱਥੇ ਗੱਲਾਂ ਬਾਤਾਂ। ਤੁਹਾਡੇ ਮਨ ਚ ਕੋਈ ਸਵਾਲ ਹੈ, ਤੁਹਾਡੇ ਮਨ ਚ ਕੋਈ ਆਪਣਾ ਵਿਚਾਰ ਹੈ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਭਾਸ਼ਾ ਦੀ ਮਰਿਆਦਾ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ ਤੇ ਸੰਖੇਪ ਦੇ ਵਿੱਚ ਆਪਣਾ ਸਵਾਲ ਵੀ ਕਰ ਸਕਦੇ ਹੋ। ਸਟੂਡੀਓ ਲਾਈਨ ਤੁਹਾਨੂੰ ਬੌਬ ਦੋਸਾਂਝ ਹੋਰੀ ਦੱਸ ਰਹੇ ਨੇ। ਨੰਬਰ ਹੈ ਸਟੂਡੀਓ ਦਾ 9054584444 905 458 4444 ਤੁਹਾਡੀ ਕਾਲ ਆ ਸਕਦੀ ਹੈ। 9054584444 ਤੇ ਕਾਲ ਆ ਸਕਦੀ ਹੈ। ਦਸਾਂਝ ਸਾਹਿਬ, ਕਿਹਾ ਜਾ ਰਿਹਾ ਕਿ ਦਿੱਲੀ ਦੇ ਨਾਲ ਨਾਲ ਹਰਿਆਣੇ ਦੇ ਵਿੱਚ ਵੀ ਇੰਟਰਨੈਟ ਦੀਆਂ ਸੇਵਾਵਾਂ, ਨੈਟਵਰਕ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ। ਬਹੁਤ ਪ੍ਰੋਬਲਮ ਆ ਰਹੀ ਉੱਥੇ। ਲਗਭਗ ਸਾਰੇ ਹਰਿਆਣੇ ਚ ਬੰਦ ਹੈ। ਬਾਰਡਰਸ ਤਾਂ ਛੱਡ ਦਿਓ ਤੁਸੀਂ। ਹੁਣੇ ਮੇਰੇ ਇੱਕ ਦੋਸਤ ਨਾਲ ਗੱਲ ਹੋ ਰਹੀ ਸੀ ਫੋਨ ਦੇ ਉੱਤੇ, ਫੋਨ ਕਾਲ ਚੱਲ ਰਹੀਆਂ ਕਰੀਆਂ ਸਿਰਫ ਸੇ, ਤੇ ਮੈਨੂੰ ਮੇਰੇ ਮਾਈਂਡ ਚ ਨਹੀਂ ਸੀ, ਮੈਨੂੰ ਯਾਦ ਨਹੀਂ ਸੀ ਵੀ ਉਹਨੇ ਕੱਲ ਨੂੰ ਆਉਣਾ ਆ ਸਾਡੇ ਕੋਲ ਇੱਥੇ ਬਾਰਡਰ ਵੱਲ ਨੂੰ। ਤੇ ਮੈਂ ਉਹਨੂੰ ਕਿਹਾ ਵੀ ਜਦੋਂ ਤੁਸੀਂ ਤੁਰਨਾ ਹੈ ਤੇ ਤੁਸੀਂ ਮੈਨੂੰ ਲਾਈਵ ਲੋਕੇਸ਼ਨ ਭੇਜ ਦਿਓ ਤੇ ਇੱਧਰੋਂ ਮੈਂ ਲਾਈਵ ਲੋਕੇਸ਼ਨ ਭੇਜ ਦਊਂਗਾ ਤੇ ਆਪਾਂ ਨੂੰ ਪਤਾ ਰਹੂਗਾ ਤੁਸੀਂ ਮੇਰੇ ਤੋਂ ਕਿੰਨੀ ਦੂਰ ਹੈ। ਉਹ ਹੱਸਣ ਲੱਗ ਪਏ, ਕਹਿੰਦੇ ਯਾਰ ਮੈਂ ਲਾਈਵ ਲੋਕੇਸ਼ਨ ਭੇਜ ਕੇ ਕੀ ਕਰੂੰਗਾ, ਵੀ ਨੈਟ ਤਾਂ ਬਿਲਕੁਲ ਨਹੀਂ ਚੱਲ ਰਿਹਾ। ਅੱਛਾ। ਉਹ ਫਿਰ ਮੇਰੇ ਦਿਮਾਗ 'ਚ ਆਇਆ ਵੀ ਨੈਟ ਤਾਂ ਬੰਦ ਪਿਆ। ਸੋ ਹਰਿਆਣੇ 'ਚ ਸਾਰੇ ਜੀ ਨੈਟ ਬੰਦ ਹੈ ਤੇ ਦਿੱਲੀ ਬਾਰਡਰ ਦੇ ਜਿਹੜੇ ਏਰੀਏ ਦਿੱਲੀ ਦੇ, ਉੱਥੇ ਸਾਰੇ ਨੈਟ ਬੰਦ ਹੈ। ਯੂਪੀ ਦੇ ਕੁਝ ਹਿੱਸਿਆਂ ਦੇ ਵਿੱਚ ਨੈਟ ਬੰਦ ਹੈ। ਉਹਦੇ ਬਾਵਜੂਦ ਲੋਕ ਇਹ ਗੱਲਾਂ ਕਰ ਰਹੇ। ਇੱਕ ਲੜਕੀ ਬੋਲ ਰਹੀ ਸੀ, ਕੋਂਡੋ ਨੇ ਕੱਢਿਆ ਹੋਇਆ ਸੀ, ਉਹ ਵੀਡੀਓ ਬੜੀ ਵਾਇਰਲ ਹੋਈ ਹੈ। ਉਹ ਕਹਿੰਦੀ ਤੁਸੀਂ ਨੈਟ ਬੰਦ ਕਰ ਸਕਦੇ ਹੋ ਪਰ ਸਾਡੇ ਅੰਦਰ ਦੌੜਦੇ ਹੋਏ ਖੂਨ ਦੀਆਂ ਤਰੰਗਾਂ ਨਹੀਂ ਬੰਦ ਕਰ ਸਕਦੇ। ਸੋ ਇਸ ਕਰਕੇ ਨੈਟ ਬੰਦ ਕਰਤਾ, ਬਿਜਲੀ ਪਾਣੀ ਦੀ ਸਪਲਾਈ ਕੱਟ ਦਿੱਤੀ। ਇਹ ਤਾਂ ਮੁਸ਼ਕਿਲਾਂ ਅੰਦੋਲਨਾਂ ਦੇ ਵਿੱਚ ਬਰਦਾਸ਼ਤ ਕਰਨੀਆਂ ਹੀ ਪੈਂਦੀਆਂ। ਜਿਹੜੇ ਲੋਕ ਲੜਨ ਲਈ ਮੈਦਾਨ ਚ ਆਏ ਹੁੰਦੇ ਹੈ, ਜਿਹੜੇ ਲੋਕ ਆਪਣਾ ਸਾਰਾ ਕੁਝ ਆਪਾ ਵਾਰਨ ਦਾ ਅਹਿਦ ਲੈ ਕੇ ਆਏ ਹੁੰਦੇ ਆ, ਉਹਦੇ ਲਈ ਉਹਨਾਂ ਲਈ ਇਹ ਛੋਟੀਆਂ ਮੋਟੀਆਂ ਗੱਲਾਂ। ਹਰ ਚੀਜ਼ ਦਾ ਬਦਲ ਲੱਭ ਪੈਂਦਾ ਹੈ। ਇੱਕ ਐਪ ਆਈ ਹੈ, ਮੈਂ ਸ਼ਾਇਦ ਅਸੀਂ ਉੱਥੇ ਕੱਲ ਗੱਲ ਕਰ ਲਾਂਗੇ। ਉਹ ਐਪ ਜਿਹੜੀ ਹੈ ਬਹੁਤੀ ਦੂਰ ਨਹੀਂ, ਤਾਂ ਉਹ ਬਿਨਾਂ ਨੈਟ ਦੇ ਹੀ, ਜੇ ਤੁਸੀਂ ਐਪ ਉਹ ਡਾਊਨਲੋਡ ਕੀਤੀ ਹੋਈ ਹੈ, ਮੈਨੂੰ ਹੁਣ ਨਾਂ ਨਹੀਂ ਯਾਦ ਆ ਰਿਹਾ, ਮੈਂ ਹੁਣੇ ਉਹ ਡਾਊਨਲੋਡ ਕਰਕੇ ਹਟਿਆ। ਬ੍ਰਿਜਫਾਈ ਇੱਕ ਐਪ ਹੈ। ਤੁਹਾਡਾ ਨੈਟ ਨਹੀਂ ਵੀ ਕਿਤੇ ਬੰਦ ਹੈ ਤਾਂ ਬ੍ਰਿਜਫਾਈ ਐਪ ਜੀ ਤੁਹਾਡੇ ਕੋਲ ਹੈ। ਜੇ ਨਾਲ ਤੁਸੀਂ ਗੱਲ ਕਰਨੀ ਉਹਦੇ ਕੋਲ ਵੀ ਹੈ, ਤਾਂ ਜੇ ਉਹ 100 ਮੀਟਰ ਦੇ ਏਰੀਏ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਜੇ ਉਹ ਜਿੰਨੇ ਲੋਕ ਉੱਥੇ ਤੁਹਾਡੇ ਹੈਗੇ ਸਾਰਿਆਂ ਕੋਲ ਹੋਵੇ ਤਾਂ 2 ਕਿਲੋਮੀਟਰ ਤੱਕ ਵੀ ਤੁਹਾਡੀ ਗੱਲਬਾਤ ਜਿਹੜੀ ਚੱਲ ਸਕਦੀ ਹੈ। ਸੋ ਬੜੇ ਬਦਲ
ਲੱਭੇ ਜਾ ਸਕਦੇ ਆ। ਹਾਂਗਕਾਂਗ ਦੇ ਵਿੱਚ ਇੱਕ ਵਾਰੀ ਨੈਟ ਸਰਵਿਸ ਇਹਦਾ ਰੋਕ ਦਿੱਤੀ ਗਈ ਸੀ ਤੇ ਉਦੋਂ ਇਹਦੇ ਆਸਰੇ ਦੇ ਨਾਲ ਲੋਕਾਂ ਨੇ ਇੱਕ ਦੂਜੇ ਨਾਲ ਜਿਹੜਾ ਤਾਲਮੇਲ ਕੀਤਾ ਸੀ। ਸੋ ਅਲਟੀਮੇਟਲੀ ਕੋਈ ਗੱਲ ਨਹੀਂ, ਨੈਟ ਵੀ ਬੰਦ ਹੈ ਤੇ ਕਈ ਚੀਜ਼ਾਂ ਦੀ ਸਪਲਾਈ ਵੀ ਰੋਕਣ ਦੀ ਕੋਸ਼ਿਸ਼ ਵਾਰ-ਵਾਰ ਹੁੰਦੀ ਹੈ, ਪਰ ਲੋਕ ਲੜ ਰਹੇ ਨੇ, ਲੜਦੇ ਨੇ ਲੋਕ ਫਿਰ ਵੀ, ਚਾਹੇ ਜਿੰਨੇ ਮਰਜ਼ੀ ਮੁਸੀਬਤਾਂ ਦੇ ਪਹਾੜ ਸਾਹਮਣੇ ਆ ਜਾਣ ਜੀ। ਔਰ ਲੜਕੀ ਦੀ ਮੈਂ ਵੀਡੀਓ ਦੇਖੀ ਆ ਦਸਾਂਝ ਸਾਹਿਬ, ਜਿਹਨੇ ਘੁੰਡ ਕੱਢਿਆ ਹੋਇਆ, ਇੰਨੀ ਵਧੀਆ ਸਪੀਚ ਕੀਤੀ ਲੜਕੀ ਨੇ, ਕਮਾਲ ਕਰਤੀ ਹੈ। ਬਿਲਕੁਲ ਉਹਨੂੰ ਫਿਰ ਤੋਂ ਖੁਸ਼ ਹੋ ਕੇ ਮੈਂ ਵੀ ਦੇਖ ਰਿਹਾ ਸੀ ਵੀ ਉਹ ਪੈਸੇ ਦੇਣ ਦੀ ਕੋਈ ਕੋਸ਼ਿਸ਼ ਕਰ ਰਿਹਾ ਤੇ ਉਹਦੇ ਹੱਥ ਜੋੜੇ ਵੀ ਪੈਸੇ ਦੇਣ ਨਹੀਂ ਆਈ, ਮੈਂ ਤਾਂ ਕਿਸਾਨਾਂ ਦੀ ਧੀ ਆ ਤੇ ਮੈਂ ਕਿਸਾਨ ਅੰਦੋਲਨ ਚ ਆਈ ਹੈ। ਤੁਸੀਂ ਦੇਖੋ ਉਹਦੇ ਘੁੰਡ ਕੱਢਿਆ ਹੋਇਆ, ਕਿੰਨੀਆਂ ਉਹਨੇ ਕਮਾਲ ਦੀਆਂ ਗੱਲਾਂ ਕੀਤੀਆਂ। ਫਿਰ ਉਹਨੇ ਇੱਕ ਨਿਦਾ ਫਾਜ਼ਲੀ ਦੀ ਸ਼ਾਇਰੀ ਵੀ ਜਿਹੜੀ ਸਾਂਝੀ ਕੀਤੀ, ਬਹੁਤ ਜੋਸ਼ ਦੇ ਵਿੱਚ ਉਹ ਬੋਲੀ। ਇਹ ਜੋਸ਼ ਤੁਹਾਨੂੰ ਇੱਥੇ ਹਰ ਬੰਦੇ ਚ ਹੁਣ ਦਿਖਾਈ ਦੇ ਰਿਹਾ। ਜਿਹੜੀ ਇੱਕ ਅੱਧੇ ਦਿਨ ਦੀ ਨਿਰਾਸ਼ਾ ਸੀ ਉਹਦੇ ਤੇ ਪਾਣੀ ਫਿਰ ਚੁੱਕਾ। ਤੇ ਹੁਣ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਤੁਹਾਨੂੰ, ਪਤਾ ਨਹੀਂ ਤੁਸੀਂ ਦੇਖੀ ਜਾਂ ਨਹੀਂ ਦੇਖੀ, ਦੀਪ ਸਿੱਧੂ ਦੀ ਇੱਕ ਵੀਡੀਓ ਹੁਣੇ ਵਾਇਰਲ ਹੋਈ ਆ ਥੋੜੀ ਦੇਰ ਪਹਿਲਾਂ। ਉਹਦੇ ਚੋਂ ਆਪਣੇ ਆਪ ਨੂੰ ਬਹੁਤ ਵਿਚਾਰਾ ਬਣ ਕੇ ਪੇਸ਼ ਕਰ ਰਿਹਾ ਹੈ ਤੇ ਉਹਨੂੰ ਲੱਗਾ ਵੀ ਜਿੱਦਾਂ ਸ਼ਾਇਦ ਰਕੇਸ਼ ਟਕੈਤ ਦੇ ਜਿਹੜੇ ਹੰਝੂ ਆ, ਉਹਨਾਂ ਹੰਝੂਆਂ ਨੇ ਜਿੱਦਾਂ ਅੰਦੋਲਨ ਨੂੰ ਫੇਰ ਤੋਂ ਸਿਖਰ ਤੇ ਲੈ ਆਂਦਾ ਵੀ ਜੇ ਮੈਂ ਵੀ ਰੋ ਕੇ ਦਿਖਾਊਂਗਾ ਤਾਂ ਸ਼ਾਇਦ ਮੇਰੇ ਲਈ ਸਿੰਪਥੀ ਜਾਗ ਜਾਏਗੀ। ਉਹਦੇ ਚੋਂ ਪਤਾ ਲੱਗਦਾ ਹੈ ਕਿਉਂਕਿ ਜਿਹੜੇ ਰਕੇਸ਼ ਟਕੈਤ ਦੇ ਹੰਝੂ ਹੈ ਨਾ, ਉਹ ਨੈਚੁਰਲ ਸੀ, ਨੈਚੁਰਲ। ਉਹ ਇੱਕ ਸਰਕਮਸਟੈਂਸ ਦੇ ਵਿੱਚੋਂ ਨਿਕਲੇ ਸੀ। ਧਮਕੀਆਂ ਆ ਰਹੀਆਂ ਸੀ ਭਾਰਤੀ ਜਨਤਾ ਪਾਰਟੀ ਦੇ ਗੁੰਡਿਆਂ ਦੀਆਂ, ਉੱਥੋਂ ਦੇ ਐਮਐਲਏ ਆ ਗਿਆ ਸੀ 400-500 ਬੰਦਾ ਲੈ ਕੇ, ਕਹਿ ਰਿਹਾ ਸੀ ਵੀ ਤੁਹਾਨੂੰ ਜ਼ਬਰਦਸਤੀ ਉਠਾ ਦਾਂਗੇ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਮੈਂ ਨਹੀਂ ਹਿਲਦਾ ਇੱਥੋਂ, ਚਾਹੇ ਮੇਰੀ ਜਾਨ ਚਲੀ ਜਾਏ, ਸਾਨੂੰ ਗੋਲੀ ਮਾਰਨੀ ਇੱਥੇ ਮਾਰ ਦਿਓ, ਨਹੀਂ ਤਾਂ ਅਸੀਂ ਨਹੀਂ ਜਾਵਾਂਗੇ। ਫਿਰ ਉਹਦੇ ਹੰਝੂ ਨਿਕਲੇ ਸੀ। ਉਹ ਹੰਝੂ ਜਿਹੜੇ ਹੈ ਇੱਕ ਹਾਲਾਤ ਦੇ ਪੈਦਾ ਕੀਤੇ ਸੀ, ਜਿਹੜੇ ਹੰਝੂ ਅੱਜ ਦੀਪ ਸਿੱਧੂ ਆਪਣੀ ਲੇਟੈਸਟ ਵੀਡੀਓ ਦੇ ਵਿੱਚ ਦਿਖਾ ਰਿਹਾ ਹੈ, ਉਹ ਇੱਕ ਨਤੰਕੀ ਲੱਗ ਰਹੀ ਹੈ। ਉਹ ਤਾਂ ਐਕਟਰ ਵੀ ਮਾੜਾ ਲੱਗ ਰਿਹਾ, ਉਹਦਾ ਕਹਿੰਦੇ ਐਕਟਰ ਹੈ, ਉਹ ਐਕਟਰ ਵੀ ਮਾੜਾ ਲੱਗ ਰਿਹਾ। ਮੈਂ ਉੱਥੇ ਬਹੁਤੀ ਗੱਲ ਨਹੀਂ ਕਰਨਾ ਚਾਹੁੰਦਾ, ਲੋਕ ਦੇਖਣਗੇ ਪਤਾ ਲੱਗ ਜਾਊਗਾ ਵੀ ਜੇ ਜਿੱਦਾਂ ਦੀ ਉਹ ਗੱਲਾਂ ਕਰਦਾ ਰਿਹਾ ਪਹਿਲਾਂ ਵੀ ਇੱਥੇ ਜੋ ਕੁਝ ਵੀ ਹੁੰਦਾ ਆ ਇਹ ਤਾਂ ਇੱਕ ਕਲਾ ਵਰਤ ਗਈ ਆ ਤੇ ਵਾਹਿਗੁਰੂ ਜੋ ਕਰ ਰਿਹਾ ਠੀਕ ਕਰ ਰਿਹਾ ਉਹ। ਤੇ ਅੱਜ ਜਿਹੜੀਆਂ ਉਹ ਗੱਲਾਂ ਕਰ ਰਿਹਾ ਉਹ ਤੋਂ ਸਾਰੀਆਂ ਉਲਟ ਕਰ ਰਿਹਾ ਕਿ ਮੇਰੇ ਨਾਲ ਜੀ ਖੜਾ ਕੋਈ ਨਹੀਂ ਹੋਇਆ, 5 ਲੱਖ ਲੋਕ ਮੈਂ ਲੈ ਗਿਆ ਲਾਲ ਕਿਲੇ ਪਰ ਉਹਨਾਂ ਚੋਂ ਕੋਈ ਵੀ ਨਹੀਂ ਮੇਰੇ ਨਾਲ ਖੜਾ ਹੋਇਆ। ਤੇ ਮੈਂ ਕਹਿਣਾ ਚਾਹੁੰਦਾ ਸੀ ਵੀ ਇਹ ਵੀ ਤਾਂ ਕੋਈ ਵਾਹਿਗੁਰੂ ਦੀ ਕਲਾ ਹੀ ਹੋਏਗੀ, ਤੇ ਵਾਹਿਗੁਰੂ ਏਦਾਂ ਚਾਹੁੰਦੇ ਹੋਣਗੇ ਵੀ ਤੂੰ ਇਸ ਅੰਦੋਲਨ ਦਾ ਹਿੱਸਾ ਨਾ ਰਵੇਂ। ਸੋ ਅਲਟੀਮੇਟਲੀ ਉਹ ਦੌੜਿਆ ਭੱਜਾ ਫਿਰਦਾ ਤੇ ਪੁਲਿਸ ਦੇ ਕੋਲ ਪੇਸ਼ ਹੋਣ ਦੀ ਗੱਲ 2 ਦਿਨ ਪਹਿਲਾਂ ਉਹਨੇ ਗੱਲ ਕਹੀ ਸੀ, ਪੇਸ਼ ਹੁੰਦਾ ਨਹੀਂ ਹੁੰਦਾ ਜਾਂ ਸਰਕਾਰ ਦੇ ਨਾਲ ਕੋਈ ਪਲਾਨਿੰਗ ਕਰਕੇ ਹੁੰਦਾ, ਪਰ ਇੱਕ ਸਿੰਪਥੀ ਲੈਣ ਦੀ ਕੋਸ਼ਿਸ਼ ਜਿਹੜੀ ਅੱਜ ਉਹਨੇ ਕੀਤੀ ਹੈ। ਦਸਾਂਝ ਸਾਹਿਬ, ਦੂਸਰੇ ਪਾਸੇ ਗੱਲ ਇਹ ਹੈ ਕਿ ਜਦੋਂ ਤਾਂ ਪਹਿਲਾਂ ਅੰਦੋਲਨ ਸ਼ੁਰੂ ਹੋਇਆ ਸੀ 2 ਮਹੀਨੇ ਪਹਿਲਾਂ, ਤਾਂ ਪੰਜਾਬ ਦਾ ਹਰ ਕਲਾਕਾਰ ਤਕਰੀਬਨ ਦਿੱਲੀ ਸਿੰਘੂ ਬਾਰਡਰ 'ਤੇ, ਕੁੰਡਲੀ ਬਾਰਡਰ 'ਤੇ, ਗਾਜ਼ੀਆਬਾਦ, ਦੂਸਰੇ ਬਾਰਡਰ 'ਤੇ ਵੀ ਆਏ ਸਾਰੇ ਕਲਾਕਾਰ। ਬਟ ਹੁਣ ਐਡੀ ਵੱਡੀ ਗੱਲ ਹੋ ਗਈ ਹੈ, 1-2 ਕਲਾਕਾਰਾਂ ਨੂੰ, ਕਨਵਰ ਗਰੇਵਾਲ ਤੇ ਰਵਿੰਦਰ ਗਰੇਵਾਲ ਨੂੰ ਛੱਡ ਕੇ ਬਾਕੀ ਦੇ ਕਲਾਕਾਰ ਹੁਣ ਕਿੱਥੇ ਚਲੇ ਗਏ? ਲੇਟੈਸਟ ਦੱਸ ਦਿਨਾ, ਅੱਜ ਦੀ ਸਿੰਘੂ ਦੀ ਸਟੇਜ ਤੇ ਸਾਰੇ ਕਲਾਕਾਰ ਪਹੁੰਚੇ ਸੀ। ਉਸ ਤੋਂ ਪਹਿਲਾਂ ਓਕੇ ਹਰਭਜਨ ਮਾਨ, ਬੱਬੂ ਮਾਨ, ਰਣਜੀਤ ਬਾਵਾ ਤੇ 2-3 ਹੋਰ ਕਲਾਕਾਰ ਸੀ। ਉਹਨਾਂ ਨੇ ਇੱਕ ਟੈਲੀਵਿਜ਼ਨ ਚੈਨਲ ਤੇ ਬੈਠ ਕੇ ਲਗਾਤਾਰ ਗੱਲਬਾਤ ਕੀਤੀ। ਉਸ ਤੋਂ ਬਾਅਦ ਇਹ ਸਾਰੇ ਜਿਹੜੇ ਬੱਬੂ ਮਾਨ ਨੂੰ ਛੱਡ ਕੇ, ਬੱਬੂ ਮਾਨ ਕਿਉਂਕਿ ਕਈ ਵਾਰੀ ਸਟੇਜ ਤੇ ਜਾਇਆ ਆ, ਹਰਭਜਨ ਮਾਨ ਤੇ ਬਾਕੀ ਲੋਕ ਜਿਹੜੇ ਆ ਅੱਜ ਸਿੰਘੂ ਦੀ ਮੇਨ ਸਟੇਜ ਤੇ ਗਏ ਆ ਤੇ ਅੱਜ ਹਰਭਜਨ ਮਾਨ ਨੇ ਬਹੁਤ ਵਧੀਆ ਤਕਰੀਰ ਵੀ ਇੱਥੇ ਕੀਤੀ ਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਹੁਣ ਇੱਥੇ ਹੀ ਆ, ਅਸੀਂ ਇੱਥੇ ਹੀ ਆ। ਬੱਬੂ ਮਾਨ ਤਾਂ ਕੱਲ ਹੀ ਤੁਰ ਪਿਆ ਸੀ ਆਪਣੇ ਪਿੰਡਾਂ ਚੋਂ, 20-25 ਪਿੰਡਾਂ ਚੋਂ ਟਰੈਕਟਰਾਂ ਦਾ ਕਾਫਲਾ ਲੈ ਕੇ, ਇਸ ਐਂਗਲ ਤੋਂ ਵੀ ਰਹਿ ਰਹੇ ਉੱਥੇ ਆ ਹੁਣ। ਸੋ ਇਹ ਇੱਕ ਵਾਰੀ ਫੇਰ ਅਖਾੜਾ ਮੱਘ ਗਿਆ। ਤੇ ਇਹ ਜਿਹੜੇ ਲੋਕ ਕਲਾਕਾਰ ਆ ਰਹੇ ਨੇ, ਇਹ ਕਲਾਕਾਰਾਂ ਦੀ ਖੂਬੀ ਵੀ ਇਹ ਹੈ ਵੀ ਇਹ ਕਹਿ ਰਹੇ ਹੈ ਕਿ ਲੜਾਈ ਜਿਹੜੀ ਹੈ, ਇਹ ਲੜਾਈ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੜ ਰਹੇ ਆ, ਉਹਨਾਂ ਦੀ ਅਗਵਾਈ ਲੜੀ ਜਾ ਰਹੀ ਹੈ, ਅਸੀਂ ਇਹਨਾਂ ਤੇ ਯਕੀਨ ਕਰੀਏ। ਇਹ ਇੱਕ ਪੋਜ਼ਿਟਿਵ ਗੱਲ ਹੈ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਆ ਉਹਦੀ ਅਗਵਾਈ ਤੋਂ ਵੱਖਰੀ ਇੱਕ ਪਲੇਟਫਾਰਮ ਦੇ ਉੱਤੋਂ ਸ਼ੁਰੂ ਤੋਂ ਸ਼ੰਭੂ ਮੋਰਚੇ ਤੋਂ ਲੈ ਕੇ ਲਾਲ ਕਿਲੇ ਤੱਕ ਜਿਹੜਾ ਹੰਗਾਮਾ ਹੋਇਆ, ਉਹ ਸਾਰਾ ਕੁਝ ਬਕਾਇਦਾ ਪਲਾਨ ਤਰੀਕੇ ਦੇ ਨਾਲ ਕੀਤਾ ਗਿਆ ਸੀ ਦੀਪ ਸਿੱਧੂ ਦੀ ਅਗਵਾਈ ਦੇ ਵਿੱਚ। ਪਰ ਹੁਣ ਉਹ ਤੋਂ ਸਬਕ ਸਿੱਖ ਕੇ ਜਿਹੜਾ ਵੀ ਕਲਾਕਾਰ ਆ ਰਿਹਾ ਹੈ, ਜਿਹੜੇ ਵੀ ਲੋਕ ਆ ਰਹੇ ਹੈ, ਕੱਲ ਕੰਵਰ ਗਰੇਵਾਲ ਨੇ ਵੀ ਬੜੀ ਵਧੀਆ ਤਕਰੀਰ ਕੀਤੀ ਹੈ ਜਿਹਦੇ ਚ ਉਹਨੇ ਕਿਹਾ ਵੀ ਭਾਈ ਇਹਨਾਂ ਤੇ ਯਕੀਨ ਰੱਖੋ, ਬਾਰ-ਬਾਰ ਖਸਮ ਨਹੀਂ ਬਦਲੇ ਜਾਂਦੇ, ਲਫ਼ਜ਼ ਹੈ ਉਹਦੇ ਕੰਵਰ ਗਰੇਵਾਲ ਦੇ। ਇਹਦੇ ਬਾਕੀ ਕਲਾਕਾਰ ਵੀ ਜਿਹੜੇ ਆ ਉਹ ਸਾਂਝੀ ਸਟੇਜ ਤੇ ਆ ਰਹੇ ਨੇ
ਤੇ ਕਹਿ ਰਹੇ ਨੇ ਕਿ ਅਸੀਂ ਇਸ ਲੜਾਈ ਦਾ ਹੁਣ ਹਿੱਸਾ ਆ। ਇਹ ਗੱਲ ਵੀ ਕਹੀ ਹਰਭਜਨ ਮਾਨ ਨੇ ਵੀ ਅਸੀਂ ਜੋ ਕੁਝ ਵੀ ਸਾਡੇ ਕੋਲ ਹੈ ਉਹ ਤੁਸੀਂ ਕਿਸਾਨਾਂ ਨੇ ਸਾਨੂੰ ਦਿੱਤਾ ਹੋਇਆ। ਜੇ ਸਾਡੇ ਖਾੜੇ ਤੁਹਾਡੇ ਖੇਤਾਂ 'ਚ ਨਾ ਲੱਗਦੇ, ਜੇ ਤੁਹਾਡੇ ਵਿਆਹਾਂ ਸ਼ਾਦੀਆਂ 'ਚ ਤੁਸੀਂ ਸਾਨੂੰ ਨਾ ਬੁਲਾਉਂਦੇ, ਅਸੀਂ ਨਹੀਂ ਸੀ ਹੋਣਾ। ਇਹ ਗੱਲ ਉਹ ਮੰਨਦੇ ਆ ਕਿ ਜੇ ਕਿਸਾਨ ਬਚੂਗਾ ਅਸੀਂ ਵੀ ਤਾਂ ਹੀ ਬਚਣਾ ਹੈ। ਸੋ ਇਸ ਤਰ੍ਹਾਂ ਦਾ ਮਾਹੌਲ ਹੈ ਜੀ ਹਾਂ। ਪੂਰਨ ਸਾਂਝਾ ਪੰਜਾਬ ਦੇ ਵਿੱਚ ਅਸੀਂ ਲਾਈਵ ਗੱਲਬਾਤ ਕਰ ਰਹੇ ਹਾਂ ਸ਼ਹੀਦ ਦਸਾਂਝ ਸਾਹਿਬ ਦੇ ਨਾਲ। ਨੰਬਰਾਂ ਸਟੂਡੀਓ 9054584444 905 ਅੱਜ ਦਾ ਪ੍ਰੋਗਰਾਮ ਹਮੇਸ਼ਾ ਤੁਹਾਡੇ ਅਸੀਂ ਪੇਸ਼ ਕਰ ਰਹੇ ਹਾਂ ਸਵੀਟ ਮੈਲ ਦੇ ਸਹਿਯੋਗ ਨਾਲ। ਸਵੀਟ ਮੈਲ 680 ਰੈਕਸਟਲ ਤੇ ਹੰਬਰਵੁੱਡ ਰੈਕਸਟਲ ਦੇ ਬਿਲਕੁਲ ਕੋਨੇ ਤੇ ਹੈ। ਤਾਂ ਤੁਸੀਂ ਪਾਰਕਿੰਗ ਲਾਟ ਦੇ ਵਿੱਚ ਸਾਈਨ ਲੱਗੇ ਉੱਥੇ ਗੱਡੀ ਖੜੀ ਕਰੋ, ਤੁਹਾਡੀ ਗੱਡੀ ਦੇ ਵਿੱਚ ਤੁਹਾਡਾ ਖਾਣਾ ਰੱਖ ਕੇ ਆਉਣਗੇ ਸਵੀਟ ਮੈਲ ਤੋਂ ਸਕਰਾਜ ਕੰਗ ਜਾਣਾ ਸਟਾਫ 416 679 91 416 679 9191। ਰਾਮ ਪਵਾਰ ਜੀ ਬਹੁਤ ਛੇਤੀ ਸਟੂਡੀਓ ਪਹੁੰਚ ਜਾਣਗੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਉਹਨਾਂ ਨੇ ਹੁਣ ਬ੍ਰੋਕਰੇਜ ਖੋਲ੍ਹਣ ਜਾ ਰਹੇ ਨੇ। ਅਸੀਂ ਸਾਂਝਾ ਪੰਜਾਬ ਦੀ ਪੂਰੀ ਟੀਮ ਵੱਲੋਂ ਅਸੀਂ ਬਹੁਤ ਬਹੁਤ ਮੁਬਾਰਕਾਂ ਭੇਜਦੇ। 416 371 2035 ਤੇ ਤੁਸੀਂ ਕਾਲ ਕਰ ਸਕਦੇ ਹੋ। ਦਸਾਂਝ ਸਾਹਿਬ, ਹੁਣ 26 ਤਰੀਕ ਤੋਂ ਬਾਅਦ ਕਿਸਾਨ ਅੰਦੋਲਨ ਹੋਰ ਮੋੜ ਤੇ ਚਲਾ ਗਿਆ। ਰਕੇਸ਼ ਟਕੈਤ ਦੀਆਂ ਜਿੰਨੀਆਂ ਵੀਡੀਓ ਆ ਰਹੀਆਂ ਨੇ ਸਾਰਾ ਹਾਈਲਾਈਟ ਉਸ ਨੂੰ ਕੀਤਾ ਜਾ ਰਿਹਾ। ਬਾਕੀ ਦੇ 31 ਜਥੇਬੰਦੀਆਂ ਦੇ ਜਥੇਦਾਰ ਜਿਹੜੇ ਲੀਡਰ ਨੇ ਉਹ ਕਿੱਥੇ ਚਲੇ ਗਏ ਹੁਣ? ਬਿਲਕੁਲ ਇੱਥੇ ਨੇ ਲਗਾਤਾਰ। ਹੁਣੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਇਸ ਤੋਂ ਥੋੜੀ ਦੇਰ ਪਹਿਲਾਂ ਉਹਨਾਂ ਦੀ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਚੱਲ ਰਹੀ ਸੀ, ਜਿਹਦੇ 'ਚ ਉਹਨਾਂ ਨੇ ਇਹ ਗੱਲ ਕਹੀ ਠੋਕ ਵਜਾ ਕੇ ਜਿਹੜੇ ਵੀ ਸਾਡੇ ਨੌਜਵਾਨ ਜਿਹੜੇ ਆ ਗਲਤੀ ਨਾਲ ਭਾਵਕ ਹੋ ਕੇ ਉਸ ਪਾਸੇ ਚਲੇ ਗਏ ਸੀ ਤੇ ਉਹ ਲੱਭ ਨਹੀਂ ਰਹੇ, ਅਸੀਂ ਉਹ ਲੜਾਈ ਲੜਾਂਗੇ ਉਹਨਾਂ ਲਈ। 163 ਨੌਜਵਾਨਾਂ ਦੇ ਨਾਂ ਪਤੇ ਇਹਨਾਂ ਕੋਲ ਪਹੁੰਚ ਗਏ ਆ, ਪਤਾ ਲੱਗ ਗਿਆ ਉਹ ਕਿੱਥੇ ਕਿੱਥੇ ਹੈਗੇ ਆ। ਦੂਜੀ ਗੱਲ ਵੀ ਜਿਹਨਾਂ ਦਾ ਨਹੀਂ ਪਤਾ ਲੱਗ ਰਿਹਾ ਉਹ ਵੀ ਪਤਾ ਕਰਕੇ ਬੜੀ ਜਲਦੀ ਉਹਨਾਂ ਦੀ ਪੈਰਵੀ ਕੀਤੀ ਜਾਏਗੀ। ਤੀਜੀ ਗੱਲ, ਸ਼ਾਇਦ ਜਿਹੜੀ ਅਗਲੀ ਮੀਟਿੰਗ ਕਾਲ ਹੋਣੀ ਆ ਸਰਕਾਰ ਦੇ ਨਾਲ ਜਿਹਦੀ ਸੰਭਾਵਨਾ ਆ, ਸਾਡੇ ਕੋਲੇ ਖਬਰ ਹੈ, ਇਹਦੀ ਪੁਸ਼ਟੀ ਨਹੀਂ ਹੈ ਹਾਲੇ, ਵੀ 2 ਫਰਵਰੀ ਨੂੰ ਸਰਕਾਰ ਨਾਲ ਫੇਰ ਤੋਂ ਗੱਲਬਾਤ ਹੋ ਸਕਦੀ ਹੈ। ਇਹਦੀ ਪੁਸ਼ਟੀ ਨਹੀਂ ਹੈ ਹਾਲੇ, ਮੈਂ ਸੰਭਾਵਨਾ ਦੱਸ ਰਿਹਾ। ਹੁਣ ਜੇ ਇੱਕ ਜਿਹੜੀ ਸਾਈਟ ਹੈ ਉਹਦੇ ਵੀ ਕਹਿ ਰਹੀ ਹੈ ਵੀ 2 ਫਰਵਰੀ ਦੀ ਜਿਹੜੀ ਮੀਟਿੰਗ ਹੈ ਉਹ ਕਨਫਰਮ ਹੈ, ਪਰ ਹਾਲੇ ਕਿਸਾਨ ਆਗੂਆਂ ਵੱਲੋਂ ਕੁਝ ਵੀ ਕਨਫਰਮ ਨਹੀਂ ਕੀਤਾ ਗਿਆ। ਕਿਸਾਨ ਆਗੂ ਇਹ ਕਹਿ ਰਿਹਾ ਹੈ ਵੀ ਜੇ ਅਗਲੀ ਮੀਟਿੰਗ ਹੋਏਗੀ ਤੇ ਨਾਲ ਇਹ ਮੁੱਦਾ ਜਿਹੜਾ ਪਹਿਲਾ ਸਾਡਾ ਆ ਵੀ ਜਿਹੜੇ ਨੌਜਵਾਨ ਬੇਕਸੂਰ ਨੇ ਇੱਕ ਭਾਵਨਾਤਮਕ ਤਰੀਕੇ ਦੇ ਨਾਲ ਉਧਰ ਚਲੇ ਗਏ ਤੇ ਉਹਨਾਂ ਤੇ ਜਿਹਨਾਂ ਨੇ ਸ਼ਰਾਰਤ ਕਰਨੀ ਸੀ ਉਹ ਕਰਕੇ ਅੱਗ ਲੱਗੀ ਡੱਬੂ ਕੰਧ ਤੇ, ਉਹ ਮਾਮਲਾ ਹੋ ਗਿਆ। ਪਰ ਇਹ ਮਾਸੂਮ ਲੋਕ ਨੇ, ਇਹਨਾਂ ਨੂੰ ਛੱਡੋ। ਸੋ ਗੱਲਬਾਤ ਤੋਂ ਪਹਿਲਾਂ ਉਹਨਾਂ ਦੀ ਰਿਹਾਈ ਦੀ ਸੰਭਾਵਨਾ ਬਣ ਜਾਏਗੀ। ਸੋ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹ ਲਗਾਤਾਰ ਸਿੰਘੂ ਬਾਰਡਰ ਦੇ ਉੱਤੇ ਰੋਜ਼ ਪ੍ਰੈਸ ਕਾਨਫਰੰਸ ਹੁੰਦੀ ਹੈ, ਉਹ ਤਾਂ ਹਰ ਚੀਜ਼ ਨੂੰ ਦੱਸਦੇ ਆ, ਪਹਿਲਾਂ ਮੀਟਿੰਗ ਕਰਦੇ ਆ। ਪਰ ਇਹ ਜ਼ਰੂਰ ਹੈ ਕਿ ਨੈਸ਼ਨਲ ਮੀਡੀਆ ਜਿਹੜਾ ਕਦੇ ਵੀ ਨਹੀਂ ਸੀ ਕਿਤੇ ਆਉਂਦਾ, ਉਹਦੇ ਲਈ ਇੱਕ ਜਿਹੜੀ ਕਹਿ ਲਓ ਵੀ ਹਾਈਪ ਕ੍ਰੀਏਟ ਕਰਨ ਲਈ ਜਿਹੜਾ ਮਸਾਲਾ ਹੈ ਸ਼ਾਇਦ ਉਹਨਾਂ ਨੂੰ ਹੁਣ ਗਾਜ਼ੀਪੁਰ ਬਾਰਡਰ ਤੇ ਦਿਖਾਈ ਮਿਲਦਾ ਹੈ। ਇਸ ਕਰਕੇ ਗਾਜ਼ੀਪੁਰ ਬਾਰਡਰ ਦੇ ਉੱਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਮੀਡੀਆ ਜਿਹੜਾ ਫਿਰ ਰਿਹਾ ਹੈ ਤੇ ਮੀਡੀਆ ਦੇ ਆਪਣੇ ਮਨਸੂਬੇ ਵੀ ਹੈ। ਜਿਹੜਾ ਸੋਕਾਰ ਜਿਹੜਾ ਨੈਸ਼ਨਲ ਮੀਡੀਆ ਆ ਉਹ ਇੱਕ ਗਲਤੀ ਕਰ ਬੈਠਾ। ਗਲਤੀ ਇਹ ਕਰ ਬੈਠਾ ਵੀ ਉਹਨੂੰ ਲੱਗਦਾ ਸੀ ਵੀ 28 ਤਰੀਕ ਨੂੰ ਗਾਜ਼ੀਪੁਰ ਬਾਰਡਰ ਚੱਕਿਆ ਜਾਣਾ ਹੈ ਤੇ ਉੱਥੋਂ ਸਟੇਜ ਵੀ ਪੱਟੀ ਜਾਣੀ ਹੈ ਤੇ ਰਕੇਸ਼ ਟਕੈਤ ਦੀ ਗ੍ਰਿਫਤਾਰੀ ਹੋ ਜਾਣੀ ਹੈ। ਇਸ ਕਰਕੇ ਉਹ ਸਾਰਾ ਮੀਡੀਆ ਉੱਥੇ ਢੁੱਕਿਆ ਸੀ। ਪਹਿਲਾਂ ਤਾਂ ਕਦੀ ਨੈਸ਼ਨਲ ਮੀਡੀਆ ਉੱਥੇ ਗਿਆ ਹੀ ਨਹੀਂ ਤੇ ਹੋ ਗਿਆ ਉਲਟ ਉਹ ਭਾਵਕ ਅਪੀਲ ਹੋ ਗਈ। ਉਹ ਰੋਂਦਿਆਂ ਹੋਇਆਂ ਦੀ ਜਿਹੜੀ ਵੀਡੀਓ ਲਾਈਵ ਚੱਲ ਗਈ ਕਈ ਥਾਵਾਂ ਦੇ ਉੱਤੇ। ਸੋ ਜਿਹੜਾ ਦਾ ਖੇਡਣ ਆਇਆ ਸੀ ਉਹ ਮੀਡੀਆ, ਮੋਦੀ ਜਾਂ ਗੋਦੀ ਮੀਡੀਆ, ਉਹ ਉਹਦੇ ਖਿਲਾਫ ਚਲਾ ਗਿਆ ਤੇ ਹੁਣ ਫਿਰ ਤੋਂ ਭਾਲ ਰਹੇ ਆ ਕੋਈ ਏਦਾਂ ਦੀ ਬਾਈਟ ਜਿਹਦੇ ਨਾਲ ਇਸ ਅੰਦੋਲਨ ਨੂੰ ਜਿਹੜਾ ਆ ਸੈਟਬੈਕ ਲਾਈ ਜਾ ਸਕੇ। ਇਸ ਕਰਕੇ ਸਾਰਿਆਂ ਦਾ ਧਿਆਨ ਉੱਧਰ ਹੈ ਤੇ ਰਕੇਸ਼ ਟਕੈਤ ਜਿਹੜੇ ਆ ਇੰਪੋਰਟੈਂਟ ਹੋ ਗਏ ਨੇ ਜ਼ਿਆਦਾ। ਪਰ ਰਕੇਸ਼ ਟਕੈਤ ਇਕੱਲੇ ਤੌਰ ਤੇ ਕਦੇ ਵੀ ਕਿਸੇ ਡਾਇਲੌਗ 'ਚ ਨਹੀਂ ਪੈਣਗੇ ਕਿਉਂਕਿ ਉਹ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨੇ ਤੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਆ 31 ਜਥੇਬੰਦੀਆਂ ਤੇ ਨਾਲ ਜਿਹੜੀਆਂ ਦੇਸ਼ ਦੀਆਂ ਬਾਕੀ ਜਿਹੜੀਆਂ 465 ਜਥੇਬੰਦੀਆਂ, ਉਹਨਾਂ ਦੀ ਸਾਂਝੀ ਜਿਹੜੀ ਇੱਕ ਭਾਵਨਾ ਜਾਂ ਸਾਂਝਾ ਜਿਹੜੇ ਫੈਸਲੇ ਹੁੰਦੇ ਆ ਉਹ ਰੋਜ਼ ਸ਼ਾਮ ਨੂੰ 6 ਵਜੇ ਜਿਹੜੇ ਆ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਬਰੀਫ ਕੀਤੇ ਜਾਂਦੇ ਆ। ਅੱਜ ਵੀ ਕੀਤੇ ਗਏ ਜੀ। ਨਾ ਦੂਜੇ ਪਾਸੇ ਇੱਕ ਖਬਰ ਇਹ ਆ ਰਹੀ ਆ ਵੀ ਅੱਗੇ ਜਦੋਂ ਬਾਰਡਰ ਤੋਂ ਲੋਕ ਦਿੱਲੀ ਦੇ ਅੰਦਰ ਸ਼ਾਮ ਨੂੰ ਸੈਰ ਵਗੈਰਾ ਕਰਨ ਚਲੇ ਜਾਂਦੇ ਸੀ, ਤਾਂ ਹੁਣ ਜਦੋਂ ਕੋਈ ਨੌਜਵਾਨ ਜਾਂ ਕੋਈ ਵੀ ਵਿਅਕਤੀ ਅੰਦਰ ਤੁਰਨ ਜਾਂਦਾ ਤਾਂ ਫਿਰ ਉਹ ਮੁੜ ਕੇ ਨਹੀਂ ਆਉਂਦਾ, ਕੋਈ ਚੱਕ ਕੇ ਲੈ ਜਾਂਦਾ ਉਹਨਾਂ ਨੂੰ। ਇਹ ਕੋਈ ਇਹੋ ਜਿਹੀ ਖਬਰ ਹੈਗੀ? ਨਹੀਂ, ਕੋਈ ਏਦਾਂ ਦੀ ਖਬਰ ਨਹੀਂ। ਪਤਾ ਨਹੀਂ ਕਿਹੜੀਆਂ ਖਬਰਾਂ ਆ ਰਹੀਆਂ। ਕੋਈ ਏਦਾਂ ਦੀ ਦਿੱਕਤ ਨਹੀਂ ਹੈ ਕਿ ਕਿਸੇ ਨੂੰ। ਹਾਂ, ਇਹ ਜ਼ਰੂਰ ਹੈ ਕਿ ਜਿਹੜੇ ਉਸ ਦਿਨ
ਘਟਨਾ ਚੱਕਰ ਹੋਇਆ ਉਹਦੇ 'ਚ ਜਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਕਰਕੇ ਇੱਕ ਟੈਰਰ ਜਿਹੜਾ ਸਥਾਨਕ ਲੋਕ ਤਾਂ ਆਏ ਨਹੀਂ, ਉਹ ਜਿਹੜੇ ਹਮਲਾ ਕਰਨ ਵਾਲੇ ਸੀ ਉਹ ਤਾਂ ਜਿਹੜੇ ਸਿੰਘੂ ਪਿੰਡ ਵਾਲੇ ਜਾਂ ਹੋਰ ਉਹਨਾਂ ਨੇ ਆ ਕੇ ਦੱਸਿਆ ਵੀ ਇਹ ਸਾਡੇ ਪਿੰਡਾਂ ਦੇ ਤਾਂ ਹੈ ਨਹੀਂ, ਇਹ ਤਾਂ ਬਾਹਰੋਂ ਲਿਆਂਦੇ ਸੀ। ਉਹਨੂੰ ਬਾਹਰੋਂ ਲਿਆਂਦਿਆਂ ਨੇ ਜਿਹੜਾ ਇੱਕ ਟੈਰਰ ਜਿਹਾ ਪੈਦਾ ਕੀਤਾ, ਦਹਿਸ਼ਤ ਪੈਦਾ ਕੀਤੀ, ਉਹਦੇ ਕਰਕੇ ਥੋੜਾ ਬਹੁਤ ਡਰ ਤਾਂ ਹੁੰਦਾ ਹੀ ਆ, ਆਮ ਲੋਕਾਂ ਨੂੰ ਡਰ ਪੈਦਾ ਹੋ ਜਾਂਦਾ ਹੁੰਦਾ। ਪਰ ਕੋਈ ਸੈਰ ਕਰਨ ਆ ਗਿਆ ਹੋਵੇ ਮੁੜ ਕੇ ਲੱਭਾ ਨਹੀਂ, ਏਦਾਂ ਦੀ ਕੋਈ ਗੱਲ ਨਹੀਂ ਆ। ਜਿਹੜੇ ਨਹੀਂ ਲੱਭ ਰਹੇ ਉਹ ਆ ਜਿਹੜੇ ਉਸ ਦਿਨ ਲਾਲ ਕਿਲੇ ਵੱਲ ਗਏ ਸੀ, ਜਿਨ੍ਹਾਂ ਦੀ ਗਿਣਤੀ ਜਿਹੜੀ ਕਨਫਰਮ ਨਹੀਂ ਹੈ। ਮੈਂ ਤੁਹਾਨੂੰ ਕਿਹਾ ਸੀ 200 ਤੋਂ ਜ਼ਿਆਦਾ ਆ, ਤੇ ਪਰ ਹਾਲੇ ਤੱਕ ਉਹ ਜਿਹੜੀ ਗਿਣਤੀ 163 ਦੇ ਕਰੀਬ ਜਿਹੜੀ ਨੋਟ ਹੋ ਗਈ ਆ ਵੀ ਹਾਂ ਇਹ ਲੋਕ ਹੈ, ਉਹ ਸਾਡੇ ਕੋਲ ਹੈ। ਬਾਕੀਆਂ ਦਾ ਪਤਾ ਲਾਇਆ ਜਾ ਰਿਹਾ। ਪਰ ਉਦਾਂ ਜਿਹੜੇ ਸਥਾਨਕ ਲੋਕ ਨੇ ਇਹਨਾਂ ਧਰਨਿਆਂ ਕਰਕੇ ਜਿਹੜੇ ਕਹਿੰਦੇ ਵੀ ਪਰੇਸ਼ਾਨੀ ਉਹਨਾਂ ਨੂੰ ਬੜੀ ਹੈ, ਉਹ ਬਾਰ-ਬਾਰ ਆ ਕੇ ਕਹਿ ਰਹੇ ਆ, ਕੈਮਰੇ ਤੇ ਵੀ ਕਹਿ ਰਹੇ ਆ ਚਾਹੁੰਦੇ ਹੈ ਇੱਥੇ ਟਿਕੇ ਰਹਿਣ ਇਹ, ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੋ ਜਾਂਦਾ। ਅਸੀਂ ਇਹਨਾਂ ਦੇ ਨਾਲ ਹੈ, ਸਾਨੂੰ ਕਿਸੇ ਕਿਸਮ ਦਾ ਡਰ ਨਹੀਂ। ਈਵਨ ਇੱਕ ਬੜੀ ਮਸ਼ਹੂਰ ਹੋਈ ਗੱਲ ਇਹ ਵੀ ਇੱਕ ਲੜਕੀ ਜਿਹੜੀ ਹੈ ਰੋਜ਼ ਇੱਥੋਂ ਲੰਘ ਕੇ ਜਾਂਦੀ ਸੀਗੀ ਆਪਣੀ ਜੌਬ ਤੇ, ਸ਼ਾਮ ਨੂੰ ਜਦੋਂ ਵਾਪਸ ਆ ਰਹੀ ਸੀ ਇੱਧਰ ਧਰਨੇ ਲੱਗ ਚੁੱਕੇ ਸੀ ਤੇ ਕੁਝ ਸਰਦਾਰ ਮੁੰਡੇ ਪੰਜਾਬੀ ਮੁੰਡੇ ਖੜੇ ਸੀ, ਉਹਨਾਂ ਨੂੰ ਦੇਖ ਕੇ ਉਹ ਰੁਕ ਗਈ, ਡਰ ਗਈ ਵੀ ਕਿਤੇ ਕੋਈ ਗੜਬੜ ਨਾ ਹੋ ਜਾਏ। ਤੇ ਜਦੋਂ ਦੇਖਿਆ ਉਹਨਾਂ ਮੁੰਡਿਆਂ ਨੇ ਉਹਨਾਂ ਦੇ ਅੱਗੇ ਹੋ ਕੇ ਉਹਨਾਂ ਨੂੰ ਕਿਹਾ ਵੀ ਹਾਂ ਭੈਣ ਜੀ ਤੁਸੀਂ ਲੰਘ ਜਾਓ ਬੜੇ ਆਰਾਮ ਨਾਲ, ਆਪ ਖੜ ਕੇ ਉਹਨੂੰ ਲਗਾਇਆ। ਕੁੜੀ ਨੇ ਫੇਸਬੁੱਕ ਪੇਜ ਤੇ ਆਪਣੇ ਲਿਖਿਆ ਵੀ ਮੈਂ 10 ਮੀਟਰ ਅੱਗੇ ਜਾ ਕੇ ਆਪਣੀ ਸਕੂਟਰੀ ਰੋਕ ਕੇ ਫੁੱਟ ਕੇ ਰੋਈ, ਇਸ ਕਰਕੇ ਵੀ ਜਦੋਂ ਅੱਗੇ ਮੈਂ ਲੰਘਦੀ ਸੀ ਤਾਂ ਇੱਥੋਂ ਜਿਹੜੇ ਇਲਾਕੇ ਦੇ ਗੁੰਡਾ ਅਨਸਰ ਆ ਇੱਥੇ ਖੜੇ ਹੁੰਦੇ ਸੀ, ਮੇਰਾ ਲੰਘਣਾ ਔਖਾ ਕਰ ਦਿੰਦੇ ਸੀ। ਇਹ ਜਿੱਦਣ ਦੇ ਆਏ ਆ ਸਰਦਾਰ ਭਰਾ, ਪੰਜਾਬੀ ਭਰਾ, ਮੈਂ ਬਹੁਤ ਜ਼ਿਆਦਾ ਸੇਫ ਹੋ ਗਈ ਹਾਂ। ਮਤਲਬ ਉਹਦੇ ਅੰਜੂ ਤੱਕ ਨਿਕਲਿਆ। ਇਹ ਸਟੋਰੀ ਉਹਨੇ ਆਪਣੀ ਫੇਸਬੁੱਕ ਤੇ ਲਿਖ ਕੇ ਪਾਈ। ਸੋ ਅਲਟੀਮੇਟਲੀ ਕੋਈ ਦਿੱਕਤ ਨਹੀਂ ਹੈ, ਸਾਰਾ ਕੁਝ ਠੀਕ ਹੈ। ਹਰ ਚੀਜ਼ ਜਿਹੜੀ ਹੈ ਮੁੜ ਕੇ ਉਸੇ ਜਲਾਉ ਦੇ ਵਿੱਚ ਆ ਚੁੱਕੀ ਹੈ। ਸਾਡੇ ਕਾਲਰ ਨੇ ਸਾਡੇ ਨਾਲ, ਤੇ ਕੈਪਟਨ ਸਾਹਿਬ ਤੁਸੀਂ ਗੱਲ ਕਰ ਸਕਦੇ ਹੋ। ਸ਼ੇਰ ਜੀ ਸਤਿ ਸ੍ਰੀ ਅਕਾਲ। ਤੁਸੀਂ ਮੈਨੂੰ ਇਹ ਦੱਸੋ ਵੀ ਮੋਦੀ ਸਾਹਿਬ ਨੇ ਥੋੜਾ ਜਿਹਾ ਚੋਗਾ ਤਾਂ ਪਾਇਆ ਹੈ, ਕੀ ਕਿਸਾਨ ਮੰਨ ਜਾਣਗੇ? ਮੇਰੇ ਖਿਆਲ ਅਨੁਸਾਰ ਤਾਂ ਹੁਣ ਇਹਨਾਂ ਨੂੰ ਨਹੀਂ ਜਾਣਾ ਚਾਹੀਦਾ ਉੱਥੇ। 10-11 ਮੀਟਿੰਗਾਂ ਕਰਨ ਦੀਆਂ ਹੌਲੀ ਹੌਲੀ ਇਹਨਾਂ ਦਾ ਤਾਂ ਉਹੀ ਰੱਟਾ ਹੈਗਾ ਵੀ 1.5 ਸਾਲ ਲੈ ਲਓ। ਹੁਣ 1.5 ਸਾਲ ਲੈ ਕੇ ਕੀ ਕਰਨਗੇ? ਇਹ ਪਹਿਲਾ ਅੰਦੋਲਨ ਆ, ਮੈਨੂੰ ਸਾਰੇ ਅੰਦੋਲਨ ਸਾਡੇ ਸਾਹਮਣੇ ਹੋਏ, ਜਿਹੜੇ ਨਹੀਂ ਹੋਏ ਪਹਿਲਾਂ ਉਹਨਾਂ ਦਾ ਇਤਿਹਾਸ ਪਿਆ ਸਾਡੇ ਕੋਲ। ਇਸ ਵੇਲੇ ਤਾਂ ਪੰਜਾਬ ਦੀਆਂ ਔਰਤਾਂ ਛੱਡੋ, ਭਾਰਤ ਦੀਆਂ ਔਰਤਾਂ ਵੀ ਇਹਨਾਂ ਦੇ ਨਾਲ ਹੈਗੇ, ਜਿੱਤੇ ਇਹਨਾਂ ਨੂੰ ਪ੍ਰਾਪਤ ਲਾਜ਼ਮੀ ਹੋਣੀ ਹੈ। ਜੇ ਇਹਨਾਂ ਨੇ ਉਹ ਮੰਨ ਗਏ ਨਾ ਸਾਰੇ ਕਾਨੂੰਨ ਪਾਸ ਕਰਾਉਣ ਤੋਂ, ਕੈਂਸਲ ਕਰਾਉਣ ਤੋਂ ਪਿੱਛੇ ਹਟ ਗਏ ਤੇ ਲੋਕਾਂ ਨੇ ਛੱਡੋ, ਤੇ ਪੰਜਾਬ ਦੀਆਂ ਔਰਤਾਂ ਨੇ ਵੀ ਇਹਨਾਂ ਨੂੰ ਬਖਸ਼ਣਾ ਨਹੀਂ ਹੈਗਾ। ਮੇਰੇ ਕਾਨੂੰਨ ਦਾ ਮੋਦੀ ਸਾਹਿਬ ਨੂੰ ਕਹਿਣਾ ਚਾਹੀਦਾ ਹੁਣ ਤੱਕ ਅਸੀਂ ਤੁਹਾਡੇ ਕੋਲ ਆਉਂਦੇ, ਹੁਣ ਤੁਸੀਂ ਇੱਥੇ ਆ ਜਾਓ, ਅਸੀਂ ਇੱਥੇ ਟੈਂਟ ਲਾ ਲੈਂਦੇ ਆ। ਬਾਕੀ ਇਹਨਾਂ ਨੇ ਪਿੱਛੇ ਬਿਲਕੁਲ ਨਹੀਂ ਹਟਣਾ ਗਾ, ਜਿੰਨਾ ਮਰਜ਼ੀ ਜ਼ੋਰ ਲਾ ਲੈਣ। ਤੁਸੀਂ ਵੇਖ ਲਿਆ ਜੇ। ਔਰ ਮੋਦੀ ਸਾਹਿਬ ਤਾਂ ਆਪਦੀ ਜ਼ਿੱਦ ਫੜੀ ਹੋਈ ਹੈ, ਔਰ ਉਹ ਜ਼ਿੱਦ ਨਹੀਂ ਚੱਲਣੀ। ਉਹਨਾਂ ਨੂੰ ਵੀ ਪਤਾ ਜੇ ਮੈਂ ਇਹ ਮੰਨ ਗਿਆ ਇਹਦੇ ਪਿੱਛੇ ਹੋਰ ਮੁੱਦੇ ਖੜੇ ਹੋਣੇ ਆ, ਈਵੀਐਮ ਮਸ਼ੀਨਾਂ ਨੂੰ ਬੰਦ ਕਰੋ, ਬਹੁਤ ਸਾਰੇ। ਇਸ ਕਰਕੇ ਉਹਨੂੰ ਪਤਾ ਹੈ ਕਿ ਜੇ ਮੈਂ ਮੰਨ ਗਿਆ ਤੇ ਬੀਜੇਪੀ ਦੀ ਹਾਰ ਸ਼ੁਰੂ ਹੋ ਜਾਣੀ ਹੈ। ਤੁਸੀਂ ਦੱਸੋ। ਥੈਂਕ ਯੂ ਜੀ ਦਸਾਂਝ ਸਾਹਿਬ। ਦੇਖੋ ਕੈਪਟਨ ਸਾਹਿਬ, ਗੱਲ ਇਹ ਹੈ, ਇੱਕ ਗੱਲ ਤਾਂ ਮੰਨੀਏ ਵੀ ਜਿਹੜੇ ਨਰਿੰਦਰ ਮੋਦੀ ਇਹਨਾਂ ਬਾਰੇ ਗੱਲ ਕਰਨ ਨੂੰ ਰਾਜ਼ੀ ਨਹੀਂ ਸੀ, ਉਹਨਾਂ ਨੇ ਮਜਬੂਰੀ ਦੇ ਵਿੱਚ ਪਹਿਲੀ ਵਾਰ ਇਹ ਮੰਨਿਆ ਤਾਂ ਹੈ ਵੀ ਠੀਕ ਹੈ ਕਾਨੂੰਨਾਂ ਬਾਰੇ ਕੋਈ ਸਹਿਮਤੀ ਨਹੀਂ ਬਣ ਪਾ ਰਹੀ, ਅਸੀਂ ਗੱਲਬਾਤ ਲਈ ਤਿਆਰ ਹੈ। ਪਰ ਨਾਲ ਦੀ ਨਾਲ ਉਹਨਾਂ ਨੇ ਕਹਿ ਦਿੱਤਾ ਕਿ ਉਹ ਜਿਹੜੇ ਪ੍ਰਪੋਜ਼ਲ ਦਿੱਤੇ ਆ ਉਹਦੇ ਤੇ ਅਸੀਂ ਤਿਆਰ ਹੈ, ਉੱਤੇ ਬਰਕਰਾਰ ਹੈ। ਕਿਸਾਨ ਇੱਕ ਫੋਨ ਕਾਲ ਦੀ ਦੂਰੀ ਤੇ ਹੈ, ਜਦੋਂ ਉਹ ਕਹਿਣਗੇ ਅਸੀਂ ਗੱਲ ਕਰਨ ਨੂੰ ਤਿਆਰ ਹੈ। ਇਹ ਇੱਕ ਗੱਲ ਤਾਂ ਹੈ ਨਾ ਵੀ ਨਰਿੰਦਰ ਮੋਦੀ ਵਰਗਾ ਵਿਅਕਤੀ ਜਿਹਨੇ ਪਿਛਲੇ 7 ਸਾਲਾਂ 'ਚ ਕਿਸੇ ਦੀ ਸੁਣੀ ਤੱਕ ਨਹੀਂ, ਇੱਥੇ ਵੀ ਕਿਸਾਨਾਂ ਦੀ ਵੀ ਪਿਛਲੇ 66 ਦਿਨ ਤੋਂ ਉਹਨੇ ਨਹੀਂ ਸੁਣੀ, ਤੇ ਹੁਣ ਉਹਨੂੰ ਇਹ ਕਹਿਣਾ ਪਿਆ ਕਿ ਅਸੀਂ ਗੱਲ ਕਰਨ ਨੂੰ ਤਿਆਰ ਹੈ। ਇਹਦਾ ਮਤਲਬ ਹੈ ਵੀ ਅਗਲੀ ਜਿਹੜੀ ਡਾਇਲੌਗ ਹੋਣਾ ਉਹਦੇ 'ਚ ਨਰਿੰਦਰ ਤੋਮਰ ਤੇ ਪਿਊਸ਼ ਗੋਇਲ ਤਾਂ ਹੋਣਗੇ, ਸੋਮ ਪ੍ਰਕਾਸ਼ ਵੀ ਹੋਣਗੇ, ਨਰਿੰਦਰ ਮੋਦੀ ਹੋਣ ਨਾ ਹੋਣ, ਪਰ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰਾਜਨਾਥ ਸਿੰਘ 'ਚ ਇੱਕ ਜਣਾ ਜ਼ਰੂਰ ਹੋਏਗਾ। ਇਹਦਾ ਮਤਲਬ ਹੈ ਕਿ ਇੱਕ ਸਟੈਪ ਹੋਲ ਡਾਊਨ ਗਈ ਹੈ ਸਰਕਾਰ, ਜਿਹੜੀ ਕਹਿੰਦੀ ਸੀ ਕਿ ਅਸੀਂ ਕੋਈ ਗੱਲ ਸੁਣ ਕੇ ਰਾਜੀ ਨਹੀਂ,
ਜਿਨ੍ਹਾਂ ਨੇ ਆਪ ਹੀ ਗੱਲਬਾਤ ਤੋੜੀ ਸੀ ਤੇ 2 ਦਿਨ ਉਹਨਾਂ ਨੇ ਬੜੀਆਂ ਲੁੱਡੀਆਂ ਪਾਈਆਂ ਸੀ ਵੀ ਅੰਦੋਲਨ ਖਿੰਡ ਗਿਆ, ਤਿਆਰੀ ਕਰ ਰਹੇ ਸੀ ਇਸ ਅੰਦੋਲਨ ਨੂੰ ਉਖਾੜ ਦੇਣ ਦੀ। ਉਹ ਸਾਰੀਆਂ ਚੀਜ਼ਾਂ ਫੇਰ ਤੋਂ ਬਦਲ ਗਈਆਂ। ਹੁਣ ਉਸੇ ਸਰਕਾਰ ਨੂੰ ਫੇਰ ਤੋਂ ਡਾਇਲੋਗ ਦੀ ਟੇਬਲ ਤੇ ਆਉਣ ਦਾ ਜਿਹੜਾ ਹੈ ਪ੍ਰਬੰਧ ਕਰਨਾ ਪੈ ਰਿਹਾ। ਇਸੇ ਕਰਕੇ ਮੈਂ ਦੱਸਿਆ ਵੀ 2 ਫਰਵਰੀ ਜਿਹੜੀ ਪਰਸੋਂ ਨੂੰ ਕੋਈ ਡਾਇਲੋਗ ਹੋ ਸਕਦਾ ਆ। ਮੇਰੇ ਕੋਲ ਜਿਹੜੀ ਖਬਰ ਹੈ ਭਾਵੇਂ ਕਨਫਰਮ ਨਹੀਂ ਹੈ ਪਰ ਇਹ ਇਦਾਂ ਦੀ ਸੰਭਾਵਨਾ ਹੈ। ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਆ ਤੇ ਮੈਂ ਵੀ ਇਸ ਗੱਲ ਨਾਲ ਮੁਤਫਿਕ ਹੈ ਵੀ ਕਿਸਾਨਾਂ ਦੇ ਆਗੂ ਹੁਣ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਵੀ ਸੋਧਾ ਕਰਵਾ ਲਈਏ। ਜੇ ਸੋਧੇ ਕਰਵਾਉਣੀਆਂ ਸੀ ਤੇ ਫਿਰ ਇੰਨਾ ਕੁਝ ਕਰਨ ਦੀ ਕੀ ਜ਼ਰੂਰਤ ਸੀ। ਕਿਸਾਨਾਂ ਨੇ ਸਾਫ਼ ਕਹਿਤਾ ਵੀ ਅਸੀਂ ਉੱਥੇ ਸਟੈਂਡ ਕਰਦੇ ਹਾਂ ਵੀ ਜੇ ਕਾਨੂੰਨ ਰੱਦ ਕਰਦੇ ਆ ਤੇ ਉਹਦੀ ਕੀ ਵਿਧੀ ਹੋ ਸਕਦੀ ਹੈ। ਉਹ ਸੋਚ ਕੇ ਆਇਓ ਮੀਟਿੰਗ, ਸਰਕਾਰ ਉਹ ਸੋਚ ਕੇ ਆਵੇ ਮੀਟਿੰਗ ਦੇ ਵਿੱਚ। ਜੋ ਤੁਸੀਂ ਸਾਨੂੰ ਕਹਿੰਦੇ ਹੋ 1.5 ਸਾਲ ਪੋਸਟਪੋਨ ਕਰ ਦਿਓ ਜੀ, MSP ਦੇ ਉੱਤੇ ਜੀ ਇੱਕ ਕਮੇਟੀ ਬਣਾ ਦਿੰਦੇ ਆ, ਇਹ ਸਾਨੂੰ ਪ੍ਰਵਾਨ ਨਹੀਂ ਹੈ। ਇਹ ਕਿਸਾਨ ਲੀਡਰਸ਼ਿਪ ਨੇ ਬਿਲਕੁਲ ਸਾਫ਼ ਕੀਤਾ ਹੋਇਆ ਜੀ। ਉਹ ਕੌਣ ਲੋਕ ਨੇ ਦੋਸਾਂਝ ਸਾਹਿਬ ਜਦੋਂ ਰਾਤ ਨੂੰ ਅੰਦੋਲਨ ਦੇ ਜਿੱਥੇ ਲੋਕ ਕਿਸਾਨ ਸੁੱਤੇ ਪਏ ਨੇ, ਭਾਵੇਂ ਉੱਥੇ ਠੀਕ ਦੀ ਪਹਿਰਾ ਲੱਗਿਆ, ਬਟ ਕੁਝ ਲੋਕ ਜਿਹੜੇ ਉੱਥੇ ਆਉਂਦੇ ਨੇ ਉਹਨਾਂ ਨੂੰ ਜਾਂ ਤਾਂ ਤੰਗ ਕਰਦੇ ਨੇ ਜਾਂ ਗਾਲਾਂ ਕੱਢਦੇ ਨੇ। ਕੋਈ ਇਹੋ ਜਿਹੀਆਂ ਖਬਰਾਂ ਹੋਈਆਂ ਕਿ ਰਾਤ ਨੂੰ ਸੌਣਾ ਜਿਹੜਾ ਉਹ ਬੜਾ ਮੁਸ਼ਕਿਲ ਹੋਇਆ ਉੱਥੇ। ਦੇਖੋ ਜਿਹੜੇ ਅੰਦਰੂਨੀ ਹਿੱਸੇ ਆ ਉੱਥੇ ਤਾਂ ਚਿੜੀ ਵੀ ਨਹੀਂ ਫਰਕਦੀ। ਜਿਹੜੇ ਅੰਦਰੂਨੀ ਹਿੱਸੇ ਆ ਜਿੱਥੇ ਕਿਸਾਨ ਵੱਡੀ ਤਦਾਦ ਚ ਬੈਠੇ, 30 ਕਿਲੋਮੀਟਰ ਦਾ ਏਰੀਆ ਹੈ, ਸਾਈਡਾਂ ਤੋਂ ਕਿਤੋਂ ਵੀ ਕੋਈ ਵੀ ਆ ਸਕਦਾ, ਸ਼ਰਾਰਤੀ ਅੰਤਰ ਕਿਤੋਂ ਵੀ ਭੇਜ ਸਕਦੇ ਆ। ਪਰ ਦੇਰ ਰਾਤ ਤੱਕ ਤੜਕੇ ਤੱਕ ਬਾਰੀਆਂ ਲਾ ਕੇ ਜਿਹੜੇ ਆ ਵਲੰਟੀਅਰ ਜਿਹੜੇ ਆ ਉਹ ਲਗਾਤਾਰ ਡਿਊਟੀਆਂ ਆਪਣੀਆਂ ਦੇ ਰਹੇ ਆ। ਸਟੇਜ ਜਿਹੜੀ ਆ ਮੇਨ ਸਟੇਜ ਜਿਹੜੀ ਆ ਉਹਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਂਦਾ ਹੈ। ਵਲੰਟੀਅਰ ਆਲੇ ਦੁਆਲੇ ਉਹਦੇ ਹੁੰਦੇ ਹਮੇਸ਼ਾ ਹੀ। ਤੇ ਪਰ ਫਿਰ ਵੀ ਸ਼ਰਾਰਤ ਤਾਂ ਕਿਤੋਂ ਵੀ ਹੋ ਸਕਦੀ ਹੈ। ਸ਼ਰਾਰਤ ਇਧਰੋਂ ਸਾਈਡ ਤੋਂ, ਲੈਫਟ ਤੋਂ, ਰਾਈਟ ਤੋਂ, ਬੈਕ ਤੋਂ, ਫਰੰਟ ਤੋਂ ਨਹੀਂ ਹੋ ਸਕਦੀ। ਜਿਹੜਾ ਜਿੱਧਰ ਸਟੇਜ ਲੱਗੀ ਹੈ ਉਧਰੋਂ ਕੋਈ ਸ਼ਰਾਰਤ ਦੀ ਸੰਭਾਵਨਾ ਨਹੀਂ। ਉਧਰ ਕਿਉਂਕਿ ਵਿਚਾਲੇ ਨਿਹੰਗ ਸਿੰਘ ਬੈਠੇ, ਉਸ ਤੋਂ ਅੱਗੇ ਜਿਹੜੀ ਆ ਪੰਨੂ ਤੇ ਪੰਧੇਰ ਦੀ ਸਟੇਜ ਲੱਗੀ ਹੋਈ ਹੈ, ਉਸ ਤੋਂ ਬਾਅਦ ਬੈਰੀਕੇਡਿੰਗ ਹੈ। ਕੋਸ਼ਿਸ਼ ਕੀਤੀ ਸੀ ਉਧਰੋਂ ਸ਼ਰਾਰਤ ਕਰਨ ਦੀ, ਲਿਆਂਦੇ ਸੀ ਗੁੰਡੇ ਗਾਂਡੇ ਭਾਰਤੀ ਜਨਤਾ ਪਾਰਟੀ ਦੇ, ਪਰ ਉੱਥੇ ਗੱਲ ਰੁਕ ਗਈ। ਤੇ ਜਿੱਦਾਂ ਹੁਣ ਪ੍ਰਧਾਨ ਮੰਤਰੀ ਦਾ ਦਖਲ ਹੈ, ਇਸ ਕਰਕੇ ਇਹ ਸੰਭਾਵਨਾ ਨਹੀਂ ਹੈ ਕਿ ਅਗਲੇ ਡਾਇਲੋਗ ਤੋਂ ਪਹਿਲਾਂ ਕੋਈ ਵੱਡਾ ਅਟੈਕ ਜਿਹੜਾ ਆ ਗੁੰਡਿਆਂ ਦਾ ਵੀ ਜਾਂ ਕਿਸੇ ਹੋਰ ਧਿਰ ਦਾ ਜਿਹੜਾ ਉੱਥੇ ਕਰਵਾਇਆ ਜਾ ਸਕੇ। ਪਰ ਫਿਰ ਵੀ ਚੌਕਸੀ ਜ਼ਰੂਰੀ ਹੈ ਤੇ ਉਹ ਚੌਕਸੀ ਰੱਖੀ ਜਾ ਰਹੀ ਹੈ। ਈਵਨ ਗਾਜ਼ੀਪੁਰ ਬਾਰਡਰ ਦੇ ਉੱਤੇ ਤਾਂ ਜਿਹੜੀ ਪੁਲਿਸ ਦੀ ਬੈਰੀਕੇਡਿੰਗ ਹੈ ਉਹਦੇ ਤੋਂ 50 ਮੀਟਰ ਉਰੇ ਕਿਸਾਨਾਂ ਨੇ ਆਪਣੀ ਬੈਰੀਕੇਡ ਲਾਤੀ ਹੈ ਵੀ ਤਾਂ ਜੋ ਕੋਈ ਜਿਹੜਾ ਆ ਗੈਰ ਸਮਾਜਿਕ ਤੱਤ ਆ ਨਾ ਸਕੇ, ਅੰਦਰ ਵੜ ਨਾ ਸਕੇ। ਸੋ ਦੇਖੋ ਜਦੋਂ ਇਦਾਂ ਦੇ ਅੰਦੋਲਨ ਚੱਲਦੇ ਆ ਉਹਦੇ ਹਰ ਤਰ੍ਹਾਂ ਦੇ ਖਤਰੇ ਬਰਕਰਾਰ ਹੁੰਦੇ ਆ। ਸਟੇਟ ਦੇ ਕੋਲ ਟੂਲ ਬਹੁਤ ਹੁੰਦੇ ਆ ਜੀ, ਬਹੁਤ ਸਾਰੇ ਟੂਲ ਜਿਹੜੇ ਸਟੇਟ ਯੂਜ਼ ਕਰਕੇ ਦੇਖ ਹਟੀ ਹੈ, ਉਹਦੇ ਕੰਮ ਨਹੀਂ ਆਏ। ਤੇ ਹੁਣ ਕਿਹੜਾ ਨਵਾਂ ਟੂਲ ਯੂਜ਼ ਕਰਨਾ ਉਹਨੇ, ਕੀ ਨਵਾਂ ਕੋਈ ਏਦਾਂ ਦਾ ਜਿਹੜਾ ਉਹਦੇ ਕੋਲ ਕੋਈ ਹੈ ਉਹਦਾ ਪਲਾਨ, ਇਹ ਤਾਂ ਪਤਾ ਲੱਗੇਗਾ ਭਵਿੱਖ ਦੇ ਵਿੱਚ। ਕਿਉਂਕਿ ਅਸੀਂ ਜੋਤਿਸ਼ ਦੇ ਵਿੱਚ ਯਕੀਨ ਨਹੀਂ ਰੱਖਦੇ ਵੀ ਕੋਈ ਜੋਤਿਸ਼ ਲਾ ਕੇ ਦੱਸ ਦਈਏ ਵੀ ਕੱਲ ਨੂੰ ਸਰਕਾਰ ਨੇ ਕੀ ਕਰਨਾ। ਪਰ ਜਿੰਨਾ ਦਬਾਅ ਵਧੇਗਾ ਲੋਕਾਂ ਦਾ, ਜਿੰਨੀ ਵੱਡੀ ਤਾਦਾਦ ਦੇ ਵਿੱਚ ਅੱਜ ਖਾਸ ਤੌਰ ਦੇ ਉੱਤੇ ਸਾਰੇ ਬਾਰਡਰ ਦੇ ਉੱਤੇ ਤੇ ਖਾਸ ਤੌਰ ਤੇ ਟਿੱਕਰੀ, ਸਿੰਘੂ ਤੇ ਗਾਜ਼ੀਪੁਰ ਬਾਰਡਰ ਦੇ ਉੱਤੇ ਲੋਕਾਂ ਦਾ ਜਿਹੜਾ ਆਉਣ ਜਾਣ ਬਣ ਗਿਆ ਉਹ ਕਮਾਲ ਹੀ ਹੈ। ਇੰਨਾ ਤਾਂ 26 ਤੋਂ ਪਹਿਲਾਂ 25 ਤੱਕ ਵੀ ਨਹੀਂ ਸੀ ਜਿੰਨਾ ਹੁਣ ਹੋ ਗਿਆ। ਸੋ ਇਸ ਕਰਕੇ ਜਿੰਨਾ ਦਬਾਅ ਵਧੇਗਾ, ਜਿੰਨੇ ਹੋਰ ਲੋਕ ਆਉਣਗੇ, ਸਰਕਾਰ ਨੂੰ ਹੋਰ ਜ਼ਿਆਦਾ ਪਰੇਸ਼ਾਨੀ ਹੋਏਗੀ। ਤੇ ਪਰੇਸ਼ਾਨੀ ਦਾ ਸਬਬ ਸਰਕਾਰ ਨੂੰ ਇਹ ਵੀ ਹੈ ਵੀ ਬਜਟ ਸੈਸ਼ਨ ਵੀ ਚੱਲ ਰਿਹਾ, ਉੱਥੇ ਜਿਹੜੀਆਂ ਬਾਕੀ ਵਿਰੋਧੀ ਪਾਰਟੀਆਂ ਉਹ ਬਹੁਤ ਜ਼ੋਰ ਲਾ ਕੇ ਇਹ ਗੱਲ ਰੱਖ ਰਹੀਆਂ, ਭਾਵੇਂ ਦਿਲੋਂ ਰੱਖ ਰਹੀਆਂ ਹੋਣ ਜਾਂ ਦਿਲੋਂ ਨਾ ਰੱਖ ਰਹੀਆਂ ਹੋਣ, ਸਿਆਸੀ ਮਜਬੂਰੀ ਹੈ। ਦੂਜਾ ਇੱਕ ਇੰਟਰਨੈਸ਼ਨਲ ਪ੍ਰੈਸ਼ਰ ਵੀ ਜਿਹੜਾ ਬਿਲਡ ਹੋ ਰਿਹਾ ਹੈ ਨਰਿੰਦਰ ਮੋਦੀ ਦੀ ਸਰਕਾਰ ਤੇ। ਸੋ ਇਸੇ ਕਰਕੇ ਸਟੈਪ ਬਾਈ ਸਟੈਪ ਜਿਹੜੀ ਹੈ ਸਰਕਾਰ ਜਿਹੜੀ ਹੈ ਉਹ ਇੱਕ ਕਦਮ ਪਿੱਛੇ ਹਟ ਰਹੀ ਹੈ। ਵਿੱਚੋਂ ਸਰਕਾਰ ਨੂੰ ਲੱਗਾ ਸੀ ਵੀ ਅਸੀਂ ਇਹ ਸਾਰਾ ਕੁਝ ਲਪੇਟ ਦੇਣਾ ਆ, ਪਰ ਉਹ ਇੱਕ ਅੱਧੇ ਦਿਨ ਤੋਂ ਬਾਅਦ ਸਾਰਾ ਰਿਪੇਅਰ ਹੋ ਗਿਆ ਤੇ ਦੁਬਾਰਾ ਉਹ ਸਾਰਾ ਜਲਾਉ ਮੁੜ ਕੇ ਸਾਡੇ ਸਾਹਮਣੇ ਸਾਨੂੰ ਦਿਖਾਈ ਦੇ ਰਿਹਾ ਸੀ। भी मंडी है नफरत की, प्यार नहीं बिकता, नफरत बिकती है यहाँ। अगर व्यापारी हो आप, बेचो जो बिकता है यहाँ, मगर इंसानियत है जिसमें वो प्यार बेचेगा। ज़रा कोशिश तो करके देखो, नफरत से ज़्यादा दाम मिलेगा। प्यार बांटो, इज्जत और सम्मान मिलेगा। ते साडी ਜੀ ਪਿਆਰ ਹੀ ਅਸਲ ਦੇ ਵਿੱਚ ਕੇਂਦਰ ਬਿੰਦੂ ਹੈ, ਜ਼ਿੰਦਗੀ ਦਾ ਫਲਸਫਾ ਹੀ ਮੁਹੱਬਤ ਹੈ। ਤੇ ਇਨਸਾਨ ਦੀ ਵੀ ਹੋ ਸਕਦੀ ਹੈ ਮੁਹੱਬਤ, ਬਿਲਕੁਲ ਜੀ, ਬਿਲਕੁਲ ਨਿਰਜੀਵ ਚੀਜ਼ਾਂ ਨਾਲ ਵੀ ਹੋ ਜਾਂਦੀ ਹੈ। ਬਿਲਕੁਲ ਜੀ, ਅਸੀਂ ਤਾਂ ਜਿਉਂਦੇ ਜਾਗਦੇ ਲੋਕ ਹਾਂ। ਹਾਂਜੀ ਹਾਂਜੀ। ਸੋ ਇਸ ਕਰਕੇ ਜਦੋਂ ਮੈਨੂੰ
ਯਾਦ ਆਉਂਦਾ ਰਾਮ ਕੁਮਾਰ ਜੀ, ਜਦੋਂ ਮੈਂ ਰਾਮਗੜੀਆ ਕਾਲਜ ਫਗਵਾੜੇ ਪੜ੍ਹਦਾ ਸੀ, ITI 2 ਸਾਲ ਕੀਤੀ ਹੈ, ਉਹ ਵੀ ਨਾਲ ਹੀ ਲੱਗਦਾ ਆਰਟ ਕਾਲਜ ਦੇ। ਜਦੋਂ ITI ਛੱਡੀ ਤੇ ਮੈਨੂੰ ਮੇਰਾ ਜੀ ਕਰੇ ਵੀ ਮੈਂ ਕੰਧਾਂ ਨੂੰ ਜੱਫੀ ਪਾ ਲਵਾਂ। ਕੰਧਾਂ ਨਾਲ ਪਿਆਰ ਹੋ ਜਾਂਦਾ ਤੁਹਾਨੂੰ, ਤੁਰਦੇ ਫਿਰਦੇ ਜੀਵਾਂ ਨਾਲ ਜਿਹੜਾ ਪਿਆਰ ਹੈ ਉਹੀ ਸਾਡੇ ਕੇਂਦਰ ਬਿੰਦੂ ਆ ਲਾਈਫ ਦਾ। ਤੇ ਅੱਜ ਸਭ ਤੋਂ ਜ਼ਿਆਦਾ ਜ਼ਰੂਰਤ ਇਸੇ ਗੱਲ ਦੀ ਹੈ ਰਾਮ ਕੁਮਾਰ ਜੀ। ਤੇ ਜਦ ਤੁਸੀਂ ਘਰ ਤੋਂ ਦੂਰ ਹੁੰਦੇ ਹੋ ਫਿਰ ਤੁਹਾਨੂੰ ਘਰ ਬੜਾ ਪਿਆਰਾ ਲੱਗਦਾ ਹੈ ਜੀ ਆਪਣਾ। ਤੇ ਇਹ ਸਾਡੇ ਅਸੀਂ ਜਾਣਦੇ ਹਾਂ ਕਿਉਂਕਿ ਅਸੀਂ ਦੂਰ ਹੈ ਨਾ। ਤੇ ਕਿਹਾ ਗਿਆ ਵੀ ਜਿਸ ਤਨ ਲਾਗੇ ਉਹੀ ਜਾਣੇ। ਤੇ ਜਦ ਤੱਕ ਇਨਸਾਨ ਦੇ ਆਪਣੇ ਨਾ ਇਫੈਕਟ ਕੋਈ ਗੱਲ ਕਰੇ ਤਾਂ ਇਨਸਾਨ ਟੈਨਸ਼ਨ ਨਹੀਂ ਲੈਂਦਾ, ਜੋ ਕਹਿੰਦਾ ਵੀ ਦੁਨੀਆਦਾਰੀ ਚੱਲ ਰਹੀ ਹੈ ਚੱਲਣ ਦਿਓ, ਹੈ ਨਾ। ਹੁਣ ਕਿਸਾਨ ਅੰਦੋਲਨ ਨਾਲ ਅਸੀਂ ਇਮੋਸ਼ਨਲੀ ਕਨੈਕਟ ਹੈ ਜੀ। ਮੇਰਾ ਪਰਿਵਾਰ, ਮੇਰੇ ਰਿਸ਼ਤੇਦਾਰ ਉੱਥੇ ਹੈ ਜੀ। ਤੇ ਬਟ ਹੁਣ 26 ਤਰੀਕ ਦਾ ਜਿਹੜਾ ਇੰਸੀਡੈਂਟ ਹੋਇਆ ਉਸ ਤੋਂ ਬਾਅਦ ਸਾਰੇ ਥੋੜ੍ਹੇ ਜਿਹੇ ਨਿਰਾਸ਼ ਵੀ ਹੋਏ, ਪਰ ਉਹ ਦੁਬਾਰਾ ਤੋਂ ਫਿਰ ਜੁੜ ਗਏ ਜੀ। ਕਿਉਂਕਿ ਜਦ ਇਹ ਅੰਦੋਲਨ ਸ਼ੁਰੂ ਹੋਇਆ ਜੀ, ਇਹ ਕਿਸਾਨ ਅੰਦੋਲਨ ਸੀਗਾ। ਤੇ ਅਸੀਂ ਪਹਿਲੇ ਦਿਨ ਤੋਂ ਕਹੀ ਗਏ ਵੀ ਇਸ 'ਚ ਰਾਜਨੀਤੀ ਨਾ ਆਏ, ਰਾਜਨੀਤੀ ਨਾ ਆਏ, ਕਿਉਂਕਿ ਰਾਜਨੀਤਿਕ ਜਿਹੜਾ ਉਹਦਾ ਕੋਈ ਦਿਨਮਾਨ ਨਹੀਂ ਹੈ ਜੀ। ਉਹਨੂੰ ਤਾਂ ਵੋਟ ਚਾਹੀਦੀ ਹੈ, ਜਾਂ ਫਿਰ ਰਾਜਨੀਤਿਕ ਜਿਹੜੇ ਇਨਵੋਲਵ ਹੋ ਰਹੇ ਆ ਅੱਜ 26 ਤਰੀਕ ਤੋਂ ਬਾਅਦ ਹੁਣ ਜ਼ਿਆਦਾ ਹੋ ਰਹੇ ਆ ਜੀ, ਉਹ ਰਿਜ਼ਾਈਨ ਕਰ ਆਉਣ, ਫਿਰ ਦਿਖੂ ਵੀ ਹਾਂ ਉਹ ਕਿਸਾਨ ਦੇ ਕਿੰਨੇ ਹਾਮੀ ਹੈ। ਬਟ ਹੁਣ ਹੋ ਕੀ ਰਿਹਾ ਵੀ ਹਰ ਇੱਕ ਇਨਸਾਨ, ਅਸੀਂ ਵੀ ਜੋ ਜਹਾਂ ਤੱਕ ਲਾ ਲਓ ਆਪਣੇ ਜਿਹੜੇ ਮੁੱਦੇ ਆ, ਜਿਹੜੇ ਆਪਣੇ ਟਾਰਗੇਟ ਹੈ, ਉਹ ਕਿਸਾਨ ਦੇ ਮੋਢੇ 'ਤੇ ਰੱਖ ਕੇ ਬੰਦੂਕ ਰੱਖ ਕੇ ਆਪਣੇ ਪੂਰੇ ਕਰਨ ਦੀ ਕੋਸ਼ਿਸ਼ ਕਰੋਗੇ, ਚਾਹੇ ਉਹ ਰਾਜਨੀਤਿਕ ਹੋਏ, ਕੋਈ ਵੀ ਹੋਏ, ਵਪਾਰੀ ਹੋਏ, ਕੋਈ ਵੀ ਹੋਏ। ਤੇ ਆਪਣੀ ਕੋਸ਼ਿਸ਼ ਇਹ ਹੋਣੀ ਚਾਹੀਦੀ ਵੀ ਜਿਹੜਾ ਆਪਣਾ ਫਾਰਮਰ ਹੈ, ਆਪਣਾ ਅੰਦੋਲਨ ਦਾ ਮੇਨ ਮਕਸਦ ਕੀ ਹੈ ਇਹਦਾ, ਵੀ ਫਾਰਮਰ ਦੀ ਹਾਲਤ ਸੁਧਰੇ, ਉਹਦੇ ਮੁੱਦੇ ਸੋਲਵ ਹੋਣ, ਹੈ ਨਾ। ਇਹੀ ਸਾਡੀ ਕੋਸ਼ਿਸ਼ ਹੈ ਨਾ ਜੀ। ਬਟ ਉਹ ਜਿਹੜਾ 25 ਤਰੀਕ ਵਾਲਾ ਇੰਸੀਡੈਂਟ ਹੋਇਆ, ਉਹਦੀ ਰੂਪ ਰੇਖਾ ਪਤਾ ਨਹੀਂ ਸਾਨੂੰ ਕਿੰਨੇ ਰੱਖੀ ਹੈ, ਕਿਸੇ ਨੇ ਨਹੀਂ। ਕਹਿੰਦੇ ਵੀ ਗੌਰਮੈਂਟ ਇਨਵੋਲਵ ਹੈ, ਮੈਂ ਕਹਿੰਦਾ ਵੀ ਗੌਰਮੈਂਟ 100% ਇਨਵੋਲਵ ਹੈ। ਪਰ ਉਸ 'ਚ ਕੁਛ ਇੱਕ ਲੋਕ, ਮੈਨੂੰ ਤੁਹਾਡੇ ਵਿਚਾਰ ਚਾਹੀਦੇ ਉਸ 'ਤੇ, ਕਿਉਂਕਿ ਤੁਸੀਂ ਉੱਥੇ ਹੋ, ਤੁਸੀਂ ਜ਼ਿਆਦਾ ਦੱਸ ਸਕਦੇ ਹੋ। ਜਿਹੜਾ ਦੀਪ ਸਿੱਧੂ ਸਾਧੂ ਹੋਏ, ਆਈ ਡੋਂਟ ਨੋ, 5-7 ਬੰਦੇ ਜਿਹੜੇ ਨਾਮ ਹੈ। ਇੱਕ UK ਪਤਾ ਨਹੀਂ US ਬੈਠਾ, ਉਹ ਕਹਿੰਦਾ ਵੀ ਮੈਂ $3.5 ਲੱਖ ਦੇ ਦੂੰਗਾ, ਠੀਕ ਹੈ ਨਾ ਜੀ। ਇਨ ਚੀਜ਼ਾਂ ਨੇ ਮਿਲ ਕੇ, ਪਰ ਮੇਰੇ ਆਪਣੇ ਨਿੱਜੀ ਵਿਚਾਰ ਹੈ ਜੀ ਵੀ ਅੱਜ ਕੀ ਡੇਟ 'ਚ ਜੇ ਕੋਈ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕਰਦਾ ਜਾਂ ਕਿਸਾਨ ਅੰਦੋਲਨ ਨੂੰ ਬੈਕਫੁੱਟ 'ਤੇ ਲਿਆਉਣ ਦੀ ਕੋਸ਼ਿਸ਼ ਕਰਦਾ, ਉਹ ਕਮਿਊਨਿਟੀ ਦਾ ਅਤੇ ਕਿਸਾਨ ਅੰਦੋਲਨ ਦਾ ਗੱਦਾਰ ਹੈ। ਅਤੇ ਉਹਨਾਂ ਨੂੰ ਸਪੋਰਟ ਕਰਨ ਵਾਲੇ ਲੋਕ ਵੀ ਉਹ ਕਿਸਾਨ ਦੇ ਫੇਵਰ 'ਚ ਨਹੀਂ ਹੈ। ਇਸ 'ਚ ਤੁਸੀਂ ਆਪਣੇ ਵਿਚਾਰ ਦਿਓ 2-4 ਮਿੰਟ ਦੇ ਜੀ। ਬਹੁਤ ਮਿਹਰਬਾਨੀ ਰਾਮ ਕੁਮਾਰ ਜੀ। ਨੰਬਰ 1 ਤਾਂ ਮੈਂ ਕਹਿਣਾ ਇਹ ਚਾਹੁੰਦਾ ਹੈ ਕਿ ਅੰਦੋਲਨ ਇਹ ਕਿਸਾਨਾਂ ਦਾ ਹੈ, ਪਰ ਇਹ ਅੰਦੋਲਨ ਕੇਵਲ ਕਿਸਾਨਾਂ ਦਾ ਨਹੀਂ ਹੈ। ਅੱਜ ਇਹ ਅੰਦੋਲਨ ਜਨਮਾਨਸ ਦਾ ਅੰਦੋਲਨ ਹੈ ਜੀ। ਜੀ ਹੁਣ ਜਨਮਾਨਸ ਦਾ ਅੰਦੋਲਨ ਹੈ ਉਹ, ਕਿਉਂਕਿ ਕਿਸਾਨ ਇੱਕ ਆਪਣੇ ਸਮਾਜ ਦਾ, ਆਪਣੀ ਸੁਸਾਇਟੀ ਦਾ ਪਿਵੋਟ ਹੈ ਜੀ। ਸਾਰੀ ਜਿਹੜਾ ਵੀ ਸਮਾਜ ਹੈ ਉਹ ਉਹਦੇ ਚਿਗਰਦੇ ਘੁੰਮਦਾ ਜੀ। ਲੋਹਾਰ ਹੋਏ, ਦਿਖਾਣ ਹੋਏ, ਸੁਨਿਆਰ ਹੋਏ। ਇਸ ਤੋਂ ਵੀ ਅੱਗੇ ਜਾਣਾ ਰਾਮ ਕੁਮਾਰ ਜੀ, ਇਹ ਤਾਂ ਅਸਲ ਦੇ ਵਿੱਚ ਇਹ ਜਿਹੜੀ ਸ੍ਰਿਸ਼ਟੀ ਆ ਨਾ, ਉਹਨੂੰ ਬਚਾਉਣ ਦਾ ਅੰਦੋਲਨ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ। ਕੱਲੇ ਭਾਰਤ ਤੱਕ ਵੀ ਸੀਮਤ ਨਹੀਂ ਹੈ। ਇਹ ਜਿਹੜਾ ਵਰਲਡ ਕਾਰਪੋਰੇਟ ਦੀ ਜਿਹੜੀ ਭੁੱਖ ਹੈ, ਸਾਡੇ ਜਿਹੜੇ ਕੁਦਰਤੀ ਜਿਹੜੇ ਭੰਡਾਰ ਨੇ ਹਰ ਚੀਜ਼ ਦੇ, ਸਾਡਾ ਜਲ, ਸਾਡੀ ਜ਼ਮੀਨ, ਸਾਡਾ ਪੌਣ ਪਾਣੀ, ਤੇ ਕਾਰਪੋਰੇਟ ਦੇ ਜਿਹੜੇ ਪੇਜ ਹੈ ਨਾ, ਇਹ ਸਾਰਾ ਕੁਝ ਉਹਨੂੰ ਵੀ ਹੜਪ ਲੈਣਾ ਚਾਹੁੰਦੇ ਆ। ਤੇ ਉਹਦਾ ਐਕਸਟੈਂਸ਼ਨ ਦੇ ਵਿੱਚੋਂ ਏਦਾਂ ਦੇ ਕਾਨੂੰਨ ਜਿਹੜੇ ਬਣਦੇ ਆ। ਹੁਣ ਜੇ ਮੈਂ ਰਿਐਲਿਟੀ ਦੀ ਗੱਲ ਕਰਾਂ ਤੇ ਰਿਐਲਿਟੀ ਇਹ ਹੈ ਕਿ 2 ਦਿਨ ਜਿਹੜੇ ਲੰਘੇ ਨੇ, 26 ਜਨਵਰੀ ਤੇ 27 ਜਨਵਰੀ, ਉਹਨਾਂ 2 ਦਿਨਾਂ ਦੇ ਵਿੱਚ ਲੱਗਿਆ ਸੀ ਕਿ ਸਾਡਾ ਇਹ ਅੰਦੋਲਨ ਜਿਹੜਾ ਆ, ਕਿਸਾਨ ਅੰਦੋਲਨ ਜਿਹਨੂੰ ਕਿਹਾ ਜਾ ਰਿਹਾ, ਅਸਲ ਜਿਹੜਾ ਜਨ ਅੰਦੋਲਨ ਹੈ, ਇਹ ਖਿੜ ਜਾਏਗਾ। ਪਰ ਜਿਵੇਂ ਮਿਰੀਕਲ ਹੋਇਆ, ਰਕੇਸ਼ ਟਕੈਤ ਹੋਰਾਂ ਨੇ ਜਿਸ ਤਰੀਕੇ ਦੇ ਨਾਲ ਇੱਕ ਅਪੀਲ ਕੀਤੀ ਭਾਵਕ, ਉਹਦੇ ਨਾਲ ਇਹ ਅੰਦੋਲਨ ਜਿਹੜਾ ਫੇਰ ਤੋਂ ਪੁਰਾਣੇ ਜਲੌ 'ਚ ਆਇਆ। ਉਹਨੇ ਦੱਸ ਦਿੱਤਾ ਵੀ ਜੇ ਸਹੀ ਤਰੀਕੇ ਦੇ ਨਾਲ ਗੱਲਾਂ ਜਿਹੜੀਆਂ ਲੋਕਾਂ ਤੱਕ ਪਹੁੰਚਣਗੀਆਂ ਤਾਂ ਲਾਜ਼ਮੀ ਤੌਰ ਦੇ ਉੱਤੇ ਇਸ ਤਰ੍ਹਾਂ ਦੇ ਅੰਦੋਲਨਾਂ ਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਅੱਜ ਇਸ ਅੰਦੋਲਨ ਬਾਰੇ ਬੜੀਆਂ ਗੱਲਾਂ ਹੋ ਰਹੀਆਂ। ਏਦਾਂ ਦੀ ਗੱਲ ਫੈਲਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਹਰਿਆਣੇ ਤੋਂ, ਵੀ ਹਰਿਆਣੇ ਤੇ ਪੰਜਾਬ ਨੂੰ ਫੇਰ ਤੋਂ ਲੜਾ ਦਿੱਤਾ ਜਾਏ। ਇਹ ਕੋਸ਼ਿਸ਼ ਸੀ ਕਿ ਇਸ ਅੰਦੋਲਨ ਨੂੰ ਫੇਰ ਤੋਂ ਇੱਕ ਖਾਸ ਰੰਗਤ ਦੇ ਕੇ ਖਾਲਿਸਤਾਨੀ ਰੰਗ ਦੇ ਦਿੱਤਾ ਜਾਏ, ਜਾਂ ਇਹ ਪੰਜਾਬ ਦੀ ਲੜਾਈ ਬਣਾ ਦਿੱਤੀ ਜਾਏ, ਹਰਿਆਣੇ ਦੇ ਨਾਲ ਪੰਜਾਬ ਦੀ ਲੜਾਈ ਬਣਾ ਦਿੱਤੀ ਜਾਵੇ, ਕੇਂਦਰ ਦੇ ਨਾਲ ਜਾਂ ਸਿੱਖਾਂ ਦੀ ਲੜਾਈ ਬਣਾ ਦਿੱਤੀ ਜਾਏ। ਬਟ ਦੋਸਾਂਝ ਸਾਹਿਬ, ਸੌਰੀ ਟੂ ਇੰਟਰਪਟ ਯੂ, ਪਰ ਉਹਨੂੰ ਵੀ ਹਰਿਆਣੇ ਨੇ ਤੇ ਯੂਪੀ ਨੇ ਬਹੁਤ ਬੁਰੀ ਤਰ੍ਹਾਂ ਤੋੜ ਦਿੱਤਾ। ਸੋ 26 ਜਨਵਰੀ ਦਾ ਜਿਹੜਾ ਕਾਂਡ ਸੀ, ਉਸ ਤੋਂ ਬਾਅਦ ਹਰਿਆਣਾ ਦਾ ਯੂਪੀ ਜਿਹੜਾ ਆ ਹੋਰ ਵੱਡੀ ਤਾਦਾਦ ਦੇ ਵਿੱਚ ਇੱਥੇ ਮੋਰਚਾ ਚ ਆ ਕੇ ਡਟ ਗਿਆ। ਇਸ ਵੇਲੇ ਮੈਂ ਤੁਹਾਨੂੰ ਰਿਐਲਿਟੀ ਦੱਸਦਾ, ਜਿਹੜੇ 2 ਬਾਰਡਰ ਹੈ, ਟਿੱਕਰੀ ਤੇ ਸਿੰਘੀ ਬਾਰਡਰ, ਸਿੰਘੂ ਤੇ ਟਿੱਕਰੀ ਬਾਰਡਰ, ਇਹਨਾਂ ਦੋਵਾਂ ਬਾਰਡਰ ਦੇ ਉੱਤੇ
ਪੰਜਾਬ ਦੇ ਬਰਾਬਰ ਹੀ ਗਿਣਤੀ ਹੈ ਹਰਿਆਣੇ ਦੀ। ਇਹ ਪ੍ਰਾਪਤੀ ਹੈ 2 ਦਿਨਾਂ ਦੀ। ਤੇ ਜਿਹੜਾ ਗਾਜ਼ੀਪੁਰ ਬਾਰਡਰ ਹੈ ਉੱਥੇ ਉੱਤਰ ਪ੍ਰਦੇਸ਼ ਜਿਹੜੀ ਵੱਡੀ ਤਦਾਦ ਚ ਆ ਗਿਆ। ਇਹ ਨਾ ਤਾਂ ਉਮੀਦ ਕੀਤੀ ਸੀ ਸਰਕਾਰ ਨੇ ਤੇ ਨਾ ਹੀ ਉਮੀਦ ਕੀਤੀ ਸੀ ਰਕੇਸ਼ ਟਕੈਤ ਨੇ। ਹਾਲੇ ਲੱਖਾਂ ਲੋਕ ਜਿਹੜੇ ਆ ਰਹੇ ਨੇ। ਸੋ ਇਹ ਅੰਦੋਲਨ ਨੇ ਆਪਣੀ ਸਪੀਡ ਫੇਰ ਤੋਂ ਫੜ ਲਈ ਹੈ। ਅੰਦੋਲਨ ਫੇਰ ਤੋਂ ਟਰੈਕ ਤੇ ਆ ਗਿਆ ਤੇ ਇਸ ਅੰਦੋਲਨ ਦਾ ਇੱਕ ਦਬਾਅ ਇਦਾਂ ਦਾ ਬਣ ਗਿਆ ਵੀ ਪਹਿਲੀ ਵਾਰ ਪ੍ਰਧਾਨ ਮੰਤਰੀ ਨੂੰ ਵੀ ਇਹ ਕਹਿਣੀ ਪਈ, ਭਾਵੇਂ ਗੱਲ ਉਹਨਾਂ ਨੇ ਪਿਛਲੀਆਂ ਪ੍ਰਪੋਜ਼ਲ ਤੇ ਰੱਖੀ ਹੈ, ਪਰ ਜੇ ਪ੍ਰਧਾਨ ਮੰਤਰੀ ਵੀ ਕਹਿਣ ਲੱਗ ਪਏ ਕਿ ਅਸੀਂ ਗੱਲਬਾਤ ਲਈ ਤਿਆਰ ਹੈ ਤੇ ਇਹਦਾ ਮਤਲਬ ਹੈ ਕਿ ਪੁਰਾਣੀਆਂ ਪ੍ਰਪੋਜ਼ਲ ਜਿਹੜੀਆਂ ਆ ਉਸ ਤੋਂ ਅੱਗੇ ਸ਼ਾਇਦ ਗੱਲਬਾਤ ਵੱਧ ਸਕਦੀ ਹੈ। ਇਹ ਇੱਕ ਪੋਜ਼ਿਟਿਵ ਤਰੀਕੇ ਨਾਲ ਇਹ ਸਾਰੀ ਚੀਜ਼ ਨੂੰ ਲੈਣਾ ਚਾਹੀਦਾ ਜੀ। ਬਟ ਸੌਰੀ ਟੂ ਇੰਟਰਪਟ ਯੂ, ਬਟ ਇਹ ਜਿਹੜਾ ਆਪਣਾ ਅੰਦੋਲਨ ਹੈ ਇਹ ਸ਼ਕਤੀ ਪ੍ਰਦਰਸ਼ਨ ਦੇ ਨਾਲ ਜੀ ਇਹ ਕਿਸਾਨ ਦੀ ਪ੍ਰੋਬਲਮਾਂ ਸੋਲਵ ਕਰਨੇ ਵਾਸਤੇ ਹੈ। ਜੇ ਮੰਨ ਲਓ ਸ਼ਕਤੀ ਪ੍ਰਦਰਸ਼ਨ ਨਹੀਂ ਹੁੰਦਾ ਰਿਹਾ, ਕਿਸਾਨ ਦੀ ਪ੍ਰੋਬਲਮਾਂ ਹੀ ਸੋਲਵ ਨਾ ਹੋਈ, ਉਹ ਤਾਂ ਵਿਚਾਰਾ ਫਿਰ ਉੱਥੇ ਹੀ ਹੈ ਜਿੱਥੇ ਸੀਗਾ। ਮੇਨ ਤਾਂ ਚੀਜ਼ ਹੈ ਵੀ ਆਪਾਂ ਕੀ ਕੱਢ ਸਕਦੇ ਹਾਂ ਇਸ ਅੰਦੋਲਨ ਤੋਂ। ਤੇ ਅੱਜ ਜਿੱਦਾਂ ਆਪਾਂ ਕਹਿ ਰਹੇ ਹਾਂ ਵੀ ਸਰਕਾਰ ਝੁਕੀ ਹੋਈ ਹੈ ਤੇ ਸਾਨੂੰ ਆਪਣਾ ਜਿਹੜੇ ਵੀ ਉੱਥੇ ਬੁੱਧੀਜੀਵੀ ਹੈ ਜਿਨ੍ਹਾਂ ਨੂੰ ਨੌਲੇਜ ਹੈ ਕ੍ਰਿਸ਼ੀ ਦੇ ਨਾਲ ਰਿਲੇਟਿਡ ਹੈ, ਉਹ ਉਹਨਾਂ ਦਾ ਇੱਕ ਪੈਨਲ ਹੋਏ ਕਿਸਾਨਾਂ 'ਚ, ਉਹ ਆਪਣਾ ਬਣਾਏ ਵੀ ਸਾਨੂੰ ਇਹ ਫਿਊਚਰ ਵਾਸਤੇ ਅਸੀਂ ਕਰ ਸਕਦੇ ਹਾਂ। ਠੀਕ ਹੈ ਨਾ, ਉਹ ਚੀਜ਼ਾਂ ਬੜੀ ਜ਼ਰੂਰੀ ਹੈ ਜੀ। ਜ਼ਮੀਨ ਨੂੰ ਕਿੱਦਾਂ ਬਚਾ ਸਕਦੇ ਹਾਂ, ਠੀਕ ਹੈ ਜੀ। 5 ਸਾਲ ਜਿਹਦਾ ਮੰਨ ਲਓ ਕੋਆਪਰੇਟ ਵਾਲੇ ਹੈ, ਉਹ ਜੇ ਹੋ ਵੀ ਜਾਏ ਉਸ 'ਚ ਹੋਏ ਵੀ ਜਿਹੜੀ ਫਰਟੀਲਾਈਜ਼ਰ ਹੈ ਉਹ ਕਿਸਾਨ ਆਪਣੀ ਪਸੰਦ ਦੀ ਪਾਊਗਾ, ਆਪਣੇ ਦੇਸੀ ਖਾਦ ਪਾਊ। ਤੇ ਇਹੋ ਜਿਹੀ ਕੁਛ ਮੁਹਿੰਮਾਂ ਹੋਏ ਵੀ ਜਿਹੜਾ ਟਰੈਕਟਰ ਦਾ ਲੋਨ ਹੈ ਉਹ ਇੰਟਰਸਟ ਫ੍ਰੀ ਹੋਏ ਪਹਿਲੇ ਇੱਕ ਟਰੈਕਟਰ ਵਾਸਤੇ, ਔਰ ਬੀਮਾ ਹੋਏ ਵੀ ਕੁਛ ਐਸਾ ਹੋਏ ਵੀ ਜਿਸ ਤੋਂ ਕਿਸਾਨ ਖੁਸ਼ਹਾਲ ਹੋ ਜੇ। ਅਦਰਵਾਈਜ਼ ਤਾਂ ਫਿਰ ਉਹੀ ਹੈ, ਚਲੋ ਅੱਜ ਨਹੀਂ 6 ਮਹੀਨੇ ਚੱਲ ਜੂਗਾ ਸ਼ਕਤੀ ਪ੍ਰਦਰਸ਼ਨ, ਹੈ ਨਾ। ਐਂਟੀ ਸੋਸ਼ਲ ਐਲੀਮੈਂਟ ਵੀ ਆਉਂਗੇ ਜਿੰਨਾ ਲੰਬਾ ਖਿੱਚੂਗਾ। ਵੀ ਆਪਣੇ ਕੋਲ ਕੁਛ ਇਹੋ ਜਿਹਾ ਬਲੂ ਪ੍ਰਿੰਟ ਹੋਏ ਵੀ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਆ ਫਿਰ ਦੁਬਾਰਾ ਤੋਂ ਫਿਰ ਨਾ ਐਂਟਰ ਹੋ ਜੇ ਜੀ। ਉਹ ਸਰਕਾਰ ਦਾ ਕੀ ਹੈ ਜੀ, ਸਰਕਾਰ ਤਾਂ ਕੋਈ ਵੀ ਹੋਏ, ਡਜ਼ਨਟ ਮੈਟਰ ਬੀਜੇਪੀ ਕਾਂਗਰਸ ਹੈ, ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਵੀ ਅੰਦੋਲਨ ਹੋਏ ਉਹਨੂੰ ਡੀਰੇਲ ਕਿੱਦਾਂ ਕੀਜੇ, ਆਈਸੋਲੇਟ ਕਿੱਦਾਂ ਕੀਤਾ ਜਾਏ। ਕਾਂਗਰਸ ਨੇ ਬਾਬਾ ਰਾਮਦੇਵ ਨੂੰ ਰਾਤ ਨੂੰ 12 ਵਜੇ ਦੜਾਤਾ ਸੀਗਾ ਜੀ, ਠੀਕ ਹੈ ਜੀ। ਪਰ ਇਹ ਸਾਡੇ 'ਤੇ ਹੈ ਵੀ ਅਸੀਂ ਕਿੱਦਾਂ, ਹੁਣ ਹੋਇਆ ਹੀ ਹੈ ਨਾ ਜੀ। ਜੇ 25 ਤਰੀਕ ਨੂੰ ਆਪਾਂ ਕਹਿ ਦਈਏ ਵੀ ਸਰਕਾਰ ਦੀ ਇਨਵੋਲਵਮੈਂਟ ਹੈ ਸਾਰੀ, ਵੀ ਯਾਨੀ ਸਰਕਾਰ ਨੇ ਉਹ ਬੰਦੇ ਨੂੰ ਇਨਫਲੂਐਂਸ ਕਰ ਲਿਆ। ਹੁਣ ਜਿਹੜਾ ਉਹ USA ਆ ਕੇ ਆਪਾਂ ਉਹਦਾ ਨਾਮ ਨਹੀਂ ਲੈਣਾ ਚਾਹੁੰਦੇ ਕਿਉਂਕਿ ਮੇਰੇ ਨਾਲ ਕੋਈ, ਬਟ ਉਹ ਮੈਨੂੰ ਇਫੈਕਟ ਹੋਇਆ, ਹੁਣ ਮੇਰਾ ਅੰਦੋਲਨ ਇਫੈਕਟ ਹੋਇਆ ਉਸ ਤੋਂ, ਇਸ ਕਰਕੇ ਮੈਨੂੰ ਇਹ ਗੱਲ ਕਰਨੀ ਪਈ ਵੀ ਉਹ ਜੇ ਕਹਿੰਦਾ ਵੀ $3.5 ਲੱਖ ਦੇਊਗਾ, ਉਹ ਦੇਊਗਾ ਜੀ, ਜਾਂ ਫਿਰ ਅਸੀਂ $3.5 ਲੱਖ 'ਚ ਆਪਣਾ ਅੰਦੋਲਨ ਗਿਰਵੀ ਰੱਖ ਦਿਆ, ਠੀਕ ਹੈ ਨਹੀਂ। ਇਹ ਗੱਲਾਂ ਹੋਣੀ ਚਾਹੀਦੀ ਜੀ, ਹੈ ਨਾ। ਫਿਰ ਇਸ ਤੋਂ ਫਿਰ ਰੂਪਰੇਖਾ ਬਣਦੀ ਵੀ ਅੱਗੇ ਅਸੀਂ, ਕਿਉਂਕਿ ਸਰਕਾਰ ਹੈ ਫੁੱਲ ਮੈਜੋਰਟੀ ਦੀ ਹੈ, 5 ਸਾਲ ਤਾਂ ਉਹਨੂੰ 2024 ਤੱਕ ਉਹਨੂੰ ਜ਼ਰੂਰਤ ਹੀ ਨਹੀਂ ਹੈ। ਉਹਦੇ ਬਾਅਦ ਅਲੱਗ ਚੀਜ਼ ਹੈ ਵੀ ਆਪਾਂ ਕਿਹਨੂੰ ਚੂਜ਼ ਕਰਦੇ ਹਾਂ। ਹੁਣ ਸਾਨੂੰ ਇਹ ਵੀ ਸਰਕਾਰ ਤੋਂ ਆਪਾਂ ਕਿਸਾਨ ਦਾ ਜ਼ਿਆਦਾ ਤੋਂ ਜ਼ਿਆਦਾ ਕਿੱਦਾਂ ਫਾਇਦਾ ਕਰਾ ਸਕਦੇ ਹਾਂ। ਸਾਡੀ ਦੁਆ ਤੇ ਸਾਡੀ ਕੋਸ਼ਿਸ਼ ਇਹੀ ਹੈ ਵੀ ਆਪਣੀ ਜ਼ਮੀਨ ਕਿੱਦਾਂ ਬਚਾ ਸਕਦੇ ਹਾਂ ਅਸੀਂ। ਪਹਿਲੀ ਲੜਾਈ ਤਾਂ ਰਾਮਪਾਲ ਜੀ ਜ਼ਮੀਨ ਬਚਾਉਣ ਦੀ ਲੜਾਈ ਹੈ। ਜਿਹੜੇ ਬਾਕੀ ਮਸਲੇ ਨੇ ਹਾਲੇ ਤਾਂ ਬਹੁਤ ਵੱਡੇ ਮਸਲੇ ਹੋਰ ਨੇ, ਪਰ ਜੇ ਜ਼ਮੀਨ ਬਚੇਗੀ ਤਾਂ ਹੀ ਤਾਂ ਅਸੀਂ ਫਿਰ ਉਹ ਬਾਕੀ ਸਾਰੇ ਕੰਮ ਕਰ ਸਕਾਂਗੇ। ਸੋ ਇਸ ਕਰਕੇ ਕੇਂਦਰਤ ਜਿਹੜਾ ਮਸਲਾ ਆ ਉਹ ਹੈ ਕਿ ਜ਼ਮੀਨ ਬਚਾਈ ਕਿੱਦਾਂ ਜਾਏ। ਜਿੰਨੇ ਕਾਨੂੰਨ ਜਿਹੜੇ ਆ ਲਾਗੂ ਹੋ ਗਏ ਤਾਂ ਫਿਰ ਜ਼ਮੀਨ ਵੀ ਨਹੀਂ ਬਚਣੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਨਹੀਂ ਬਚਣਾ, ਸਾਡੀਆਂ ਨਸਲਾਂ ਦਾ ਸਵਾਲ ਹੈ। ਸੋ ਇਸ ਕਰਕੇ ਉਹ ਸਾਰਾ ਕੁਝ ਉਸ ਢੰਗ ਨਾਲ ਹੋ ਰਿਹਾ ਤੇ ਇਹਦੇ 'ਚ ਬੁੱਧੀਜੀਵੀ ਤਬਕਾ ਜਿਹੜਾ ਆ, ਜਿਹੜੇ ਐਕਸਪਰਟ ਨੇ ਐਗਰੀਕਲਚਰ ਦੇ, ਜਿਹੜੇ ਪ੍ਰੋ ਪੀਪਲ ਐਕਸਪਰਟ ਹੁੰਦੇ ਆ, ਉਹ ਸਾਰਿਆਂ ਦਾ ਪੈਨਲ ਪਹਿਲਾਂ ਤੋਂ ਨਾਲ ਕੰਮ ਕਰ ਰਿਹਾ। ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ, ਤਜਰਬਾ ਆ 35 ਸਾਲ ਦਾ, ਉਹ ਜਦੋਂ ਅਸੀਂ ਦੇਖਦੇ ਆ ਜਿਹੜੀ ਸਰਕਾਰ ਨਾਲ ਮੀਟਿੰਗ ਹੁੰਦੀਆਂ ਉਹਦੇ 'ਚ ਜਦੋਂ ਜਾਂਦੇ ਨੇ ਕਿ ਜਿਵੇਂ ਉਹ ਗੱਲ ਰੱਖਦੇ ਨੇ, ਹੁਣ ਤੱਕ ਦੀਆਂ ਸਾਰੀਆਂ ਮੀਟਿੰਗਾਂ ਦੇ ਵਿੱਚ ਕਿਸਾਨ ਲੀਡਰਸ਼ਿਪ ਨੇ 40 ਦੇ 40 ਤੇ ਨਹੀਂ ਗੱਲ ਕਰਦੇ, 5 ਬੰਦੇ ਆ ਜਿਹੜੇ ਗੱਲ ਕਰਦੇ ਆ, ਲੌਜੀਕਲੀ ਗੱਲ ਕਰਦੇ ਆ। ਹਰ ਮੀਟਿੰਗ ਦੇ ਵਿੱਚ ਇਹਨਾਂ ਲੀਡਰਾਂ ਨੇ ਜਿਹੜੇ ਮੰਤਰੀ ਹੈ ਤੇ ਉਹਨਾਂ ਦੇ ਜਿਹੜੇ ਆਫੀਸ਼ੀਅਲ ਹੈ ਉਹਨਾਂ ਨੂੰ ਆਨਸਰਲੈਸ ਕੀਤਾ। ਇਹਦਾ ਮਤਲਬ ਹੈ ਕਿ ਉਹਨਾਂ ਨੂੰ ਬਾਰੀਕ ਤੋਂ ਬਾਰੀਕ ਸਮਝ ਹੈ। ਐਵੇਂ ਤਾਂ ਨਹੀਂ ਜਿਹੜੀਆਂ ਪ੍ਰਪੋਜ਼ਲ ਦਿੱਤੀਆਂ ਗਈਆਂ, ਪਹਿਲਾਂ 28 ਸਫ਼ੇ ਦੀ ਇੱਕ ਪ੍ਰਪੋਜ਼ਲ ਆਈ ਸੀ, ਉਹ ਕੱਲੀ ਪੜ੍ਹ ਕੇ ਕੱਲੀ ਮੱਦ ਦੇ ਉੱਤੇ ਦੂਸਰੀ ਮੀਟਿੰਗ ਦੇ ਵਿੱਚ ਜਾ ਕੇ ਕਿਸਾਨ ਆਗੂਆਂ ਨੇ ਸਰਕਾਰ ਨੂੰ ਲਾਜਵਾਬ ਕੀਤਾ, ਆਨਸਰਲੈਸ ਕੀਤਾ। ਉਹ ਸਾਰਾ ਕੁਝ ਚੱਲ ਰਿਹਾ ਕੰਮ, ਉਹ ਨਹੀਂ ਕਿ ਨਹੀਂ ਚੱਲ ਰਿਹਾ। ਇਹ ਕਿਸਾਨਾਂ ਦੀ ਲੀਡਰਸ਼ਿਪ ਜਿਹੜੀ ਹੈ ਪੜ੍ਹੀ ਲਿਖੀ ਹੈ ਤੇ ਸੰਘਰਸ਼ਾਂ ਦੀ ਜਿਹੜੀ ਇੱਕ ਕਿਸਮ ਦਾ ਤਪੇ ਹੋਏ ਸੰਘਰਸ਼ਾਂ ਚੋਂ ਨਿਕਲੀ ਹੋਈ ਲੀਡਰਸ਼ਿਪ ਹੈ। ਬਾਕੀ ਜਿਹੜੇ ਪ੍ਰੋ ਪੀਪਲ ਜਿਹੜੇ ਇਸ ਤਰ੍ਹਾਂ ਦੇ ਵਿਚਾਰਕ ਨੇ, ਵਿਦਵਾਨ ਨੇ, ਐਗਰੀਕਲਚਰ ਦੇ ਜਿਹੜੇ ਐਕਸਪਰਟ ਨੇ, ਉਹ ਵੀ ਇਹਨਾਂ ਦੇ ਨਾਲ ਨੇ। ਅਗਲੀ ਗੱਲ ਇਹ ਹੈ ਵੀ ਇਹ ਲੜਾਈ ਜਿੱਤੀ ਕਿੱਦਾਂ ਜਾਵੇ,
ਇਹਦੇ ਤਰੀਕੇ ਹੋਰ ਕੀ ਹੋਣ, ਇਹ ਜ਼ਰੂਰ ਆਪਣੇ ਆਪ 'ਚ ਇੰਪੋਰਟੈਂਟ ਹੈ, ਕਿਉਂਕਿ ਹਰ ਰੋਜ਼ ਜਿਹੜੇ ਲੱਖਾਂ ਲੋਕ ਉੱਥੇ ਬੈਠੇ ਹੈ ਉਹਨਾਂ ਨੂੰ ਕੋਈ ਨਾ ਕੋਈ ਐਕਟੀਵਿਟੀ ਚਾਹੀਦੀ ਹੈ ਜੀ। ਜੇ ਐਕਟੀਵਿਟੀ ਨਹੀਂ ਹੋਏਗੀ ਤਾਂ ਇੱਕ ਬੋਰੀਅਤ ਮਹਿਸੂਸ ਹੋਣ ਲੱਗ ਪੈਂਦੀ ਹੈ। ਇਸੇ ਕਰਕੇ ਰੋਜ਼ ਨਵੇਂ ਤੋਂ ਨਵੇਂ ਪ੍ਰੋਗਰਾਮ ਜਿਹੜੇ ਹੈ ਇਹ ਲੀਡਰਸ਼ਿਪ ਜਿਹੜੀ ਦੇ ਰਹੀ, ਅੱਜ ਵੀ ਲੀਡਰਸ਼ਿਪ ਨੇ ਕਿਹਾ ਵੀ ਅਸੀਂ ਜਿਹੜੇ ਸਾਡੇ ਨੌਜਵਾਨ ਜਿਹੜੇ ਉਹਨਾਂ ਨੇ ਗ੍ਰਿਫਤਾਰ ਕੀਤੇ ਹੋਏ ਹੈ 26 ਤਰੀਕ ਦੇ, ਉਹਨਾਂ ਨੂੰ ਛੁਡਵਾਉਣ ਲਈ ਇੱਕ ਨਵੀਂ ਪਲਾਨਿੰਗ ਜਿਹੜੀ ਹੈ, ਕੀ ਪਲਾਨਿੰਗ ਹੋਏਗੀ ਜੇ ਸਰਕਾਰ ਨਹੀਂ ਛੱਡਦੀ ਤਾਂ ਦੇਸ਼ ਪੱਧਰੀ ਕੋਈ ਐਕਸ਼ਨ ਜਿਹੜਾ ਆ ਉਹ ਕੱਲ ਨੂੰ ਜਥੇਬੰਦੀਆਂ ਨੇ ਐਲਾਨ ਕਰਦਾ ਹੈ ਜੀ। ਦਸਾਂਝ ਸਾਹਿਬ ਥੈਂਕ ਯੂ ਵੈਰੀ ਮਚ ਜੀ, ਤੇ ਦਸਾਂਝ ਆਪਾਂ ਸਾਹਿਬ- ਫਿਰ ਟੱਚ 'ਚ ਰਹੋਗੇ। ਦਸਾਂਝ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਕੱਲ੍ਹ ਦੇ ਪ੍ਰੋਗਰਾਮ ਤੁਹਾਡੇ ਨਾਲ ਫਿਰ ਗੱਲਬਾਤ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ।